ਤੁਸੀਂ ਸੁਣ ਰਹੇ ਹੋ ਸ਼੍ਰੀ ਓਪੀ ਸ਼ਰਮਾ ਸਾਰਥੀ ਜੀ ਦਾ ਲਿਖਿਆ ਨਾਵਲ ਰਣਖੇਤਰ। ਸ਼ੁਰੂ ਕਰਦੇ ਹਾਂ ਇਸ ਨਾਵਲ ਦਾ ਤੀਜਾ ਭਾਗ। ਮੇਰੇ ਕੰਨਾਂ ਵਿੱਚ ਬਾਰ-ਬਾਰ ਉਸ ਦੀ ਆਵਾਜ਼ ਗੂੰਜ ਰਹੀ ਸੀ। ਚੀਜ਼ ਬਦਲ ਕੇ ਹੀ ਰਸ ਦੀ, ਸੁੱਖ ਦੀ, ਆਨੰਦ ਦੀ ਅਨੁਭੂਤੀ ਸੰਭਵ ਹੈ। ਜੇਕਰ ਮੁਰੰਮਤ ਕਰਵਾਈ ਜਾਵੇ ਤਾਂ ਸੁੱਖ ਦੀ ਥਾਂ ਤੇ ਦੁੱਖ ਮਿਲਦਾ ਹੈ। ਚੀਜ਼ ਦਾ ਪਰਿਵਰਤਨ ਹੀ ਪਹਿਲੀ ਸਥਿਤੀ ਲਿਆ ਸਕਦਾ ਹੈ। ਮੈਂ ਉਸ ਮਸ਼ੀਨ ਨੂੰ ਸੁੱਟਣ ਦਾ ਨਿਸ਼ਚਾ ਕਰ ਲਿਆ ਤੇ ਉਸ ਦੀ ਥਾਂ ਤੇ ਨਵੀਂ ਲੈ ਕੇ ਆਉਣ ਬਾਰੇ ਵਿਚਾਰ ਬਣਾ ਲਿਆ। ਮੈਂ ਔਰਤ ਨਾਲ ਗੱਲ ਕੀਤੀ। ਉਹ ਬਹੁਤ ਖੁਸ਼ ਹੋ ਗਈ। ਹੱਸ ਕੇ ਉਸਨੇ ਕਿਹਾ, ਨਵੀਂ ਵਿੱਚ ਜੋ ਸੁੱਖ ਹੈ ਉਹ ਪੁਰਾਣੀ ਵਿੱਚ ਕਿੱਥੇ? ਮੈਨੂੰ ਤਾਂ ਜਾਪ ਰਿਹਾ ਹੈ ਕਿ 2-4 ਹੋਰ ਮਸ਼ੀਨਾਂ ਵੀ ਕਾਫੀ ਚੱਲ ਚੁੱਕੀਆਂ ਹਨ। ਇਹ ਵੀ ਅਚਾਨਕ ਬੰਦ ਹੋ ਜਾਣਗੀਆਂ, ਧੋਖਾ ਦੇ ਜਾਣਗੀਆਂ। ਜੇਕਰ ਮੇਰੇ ਤੋਂ ਪੁੱਛਣਾ ਹੈ ਤਾਂ ਤੂੰ ਉਹ ਵੀ ਚੁੱਕ ਕੇ ਸੁੱਟ ਦੇ ਤੇ ਉਹਨਾਂ ਦੀ ਥਾਂ ਤੇ ਨਵੀਆਂ ਲੈ ਆ, ਸਮੱਸਿਆ ਹੀ ਖਤਮ ਹੋ ਜਾਵੇ। ਪਲ ਦੇ ਪਲ ਮੈਂ ਸੋਚਿਆ ਕਿ ਮਸ਼ੀਨ ਸੁੱਟ ਦੇਵਾਂ ਤੇ ਨਵੀਂ ਪਾਸੇ ਰੁਖ ਹੀ ਨਾ ਕਰਾਂ, ਪਰ ਉਸ ਨਾਲ ਵਜੂਦ ਦੇ ਸੁੱਖ ਦੇ ਕਈ ਧੰਦੇ ਜੁੜੇ ਹੋਏ ਸਨ। ਮੈਨੂੰ ਲੱਗਦਾ ਸੀ ਮੈਂ ਉਹਨਾਂ ਮਸ਼ੀਨਾਂ, ਪਦਾਰਥਾਂ ਤੇ ਉਪਕਰਨਾਂ ਤੇ ਆਧਾਰਿਤ ਹੋ ਚੁੱਕਿਆ ਹਾਂ। ਪਲ ਵੀ ਉਹਨਾਂ ਬਿਨਾਂ ਗੁਜ਼ਾਰਨਾ ਔਖਾ ਲੱਗਦਾ ਸੀ। ਮੈਂ ਮਸ਼ੀਨ ਲੈਣ ਲਈ ਬਸਤੀ ਤੇ ਵਪਾਰੀ ਕੋਲ ਪਹੁੰਚਿਆ। ਉਸਨੇ ਬਹੁਤ ਸਾਰੀਆਂ ਮਸ਼ੀਨਾਂ ਦਿਖਾਈਆਂ। ਮੈਨੂੰ ਪਸੰਦ ਵੀ ਆ ਗਈਆਂ। ਮੈਂ ਉਸਨੂੰ ਕਿਹਾ ਕਿ ਉਹ ਇਸ ਵਾਰ ਕੋਈ ਐਸੀ ਮਸ਼ੀਨ ਦਵੇ ਜੋ ਕਦੀ ਵੀ ਨਾ ਵਿਗੜੇ। ਸੁਣ ਕੇ ਉਹ ਨਾ ਕਰ ਗਿਆ। ਨਹੀਂ, ਹੈ ਨਹੀਂ। ਐਸੀ ਅੱਜ ਤੱਕ ਕੋਈ ਮਸ਼ੀਨ ਹੀ ਨਹੀਂ ਬਣੀ ਜੋ ਹਮੇਸ਼ਾ ਲਈ ਕੰਮ ਦਿੰਦੀ ਰਹੇ, ਚੱਲਦੀ ਰਹੇ, ਸੁੱਖ ਦਿੰਦੀ ਰਹੇ, ਵਿਗੜੇ ਨਾ। ਹਰ ਇੱਕ ਮਸ਼ੀਨ ਰੁਕਦੀ ਹੈ, ਵਿਗੜਦੀ ਹੈ, ਖਰਾਬ ਹੁੰਦੀ ਹੈ। ਕੋਈ ਚਿਰ ਮਗਰੋਂ, ਕੋਈ ਛੇਤੀ, ਅੰਤ ਸਭ ਵਿਗੜਨਾ ਹੈ। ਫਿਰ ਮੈਂ ਬਸਤੀ ਦੀਆਂ ਸਾਰੀਆਂ ਮੰਡੀਆਂ ਵਿੱਚ ਘੁੰਮਿਆ, ਬਹੁਤ ਫਿਰਿਆ। ਕਿਸੇ ਵੀ ਵਪਾਰੀ ਨੇ ਮਸ਼ੀਨ ਬਾਰੇ ਹਾਂ ਨਾ ਕੀਤੀ ਜਿਸ ਵਿੱਚ ਕਦੀ ਵਿਗਾੜ ਨਾ ਆਵੇ। ਹਾਰ ਕੇ ਆਪਣੀ ਤ੍ਰਾਂਗ ਦੇ ਹੱਥੀਂ ਲਾਚਾਰ ਮੈਂ ਇੱਕ ਨਵੀਂ ਮਸ਼ੀਨ ਲੈ ਆਇਆ। ਆ ਕੇ ਕਮਰੇ ਵਿੱਚ ਉਸੇ ਥਾਂ ਤੇ ਟਿਕਾ ਦਿੱਤੀ। ਉਸਨੂੰ ਨਵੀਆਂ ਡੋਰੀਆਂ ਪਾਈਆਂ। ਵਰਤਣ ਲਈ ਉਸਨੂੰ ਖਿੱਚਣ ਲੱਗਾ, ਪਰ ਉਹ ਖਿੱਚੀ ਨਾ ਗਈ। ਮੈਂ ਪਰੇਸ਼ਾਨ ਹੋ ਗਿਆ। ਸੋਚਿਆ, ਮਸ਼ੀਨ ਵਾਲੇ ਨੇ ਧੋਖਾ ਕੀਤਾ ਹੈ, ਮਸ਼ੀਨ ਹੀ ਗਲਤ ਦੇ ਦਿੱਤੀ ਹੈ। ਔਰਤ ਮੈਨੂੰ ਪਰੇਸ਼ਾਨ ਹੁੰਦਿਆਂ ਵੇਖ ਰਹੀ ਸੀ। ਉਸਨੇ ਕਿਹਾ, ਮੇਰੇ ਵਿਚਾਰ ਵਿੱਚ ਮਸ਼ੀਨ ਠੀਕ ਹੈ, ਪਰ ਇਸ ਦਾ ਭਾਰ ਪਹਿਲਾਂ ਤੋਂ ਵੱਧ ਜਾਪਦਾ ਹੈ। ਜਾਂ ਹੋ ਸਕਦਾ ਹੈ ਤੇਰੀ ਖਿੱਚਣ ਦੀ ਸ਼ਕਤੀ ਘੱਟ ਹੋ ਗਈ ਹੋਵੇ। ਮੈਂ ਔਰਤ ਦੀ ਗੱਲ ਹੀ ਨਹੀਂ ਸੁਣੀ। ਮੈਂ ਉਸ ਆਦਮੀ ਕੋਲ ਤੁਰ ਗਿਆ। ਨਵੀਂ ਮਸ਼ੀਨ ਦੇ ਬਾਰੇ 'ਚ ਉਸਨੂੰ ਸੁਣਾਇਆ। ਉਸਨੇ ਕਿਹਾ, ਮੇਰੇ ਵਿਚਾਰ ਵਿੱਚ ਔਰਤ ਠੀਕ ਕਹਿ ਰਹੀ ਹੈ। ਰਸ, ਸੁੱਖ, ਆਨੰਦ ਲੈਣ ਵਿੱਚ ਆਦਮੀ ਦੀ ਸ਼ਕਤੀ ਘਟਦੀ ਹੈ। ਤੇਰੀ ਚੀਜ਼ਾਂ, ਮਸ਼ੀਨ ਨੂੰ ਖਿੱਚਣ ਵਾਲੀ ਸ਼ਕਤੀ ਘੱਟ ਹੋ ਗਈ ਜਾਪਦੀ ਹੈ। ਹੁਣ ਇਸ ਸਮੱਸਿਆ ਦਾ ਕੀ ਹੱਲ ਹੈ? ਬਹੁਤ ਛੋਟਾ ਜਿਹਾ ਹੱਲ ਹੈ। ਇਹ ਮਸ਼ੀਨ ਵਾਪਸ ਦੇ ਦਿੱਤੀ ਜਾਵੇ ਤੇ ਕੋਈ ਹਲਕੀ ਮਸ਼ੀਨ ਲਿਆਂਦੀ ਜਾਵੇ। ਹਲਕੀ ਮਸ਼ੀਨ ਕੰਮ ਦੇਵੇਗੀ? ਹਾਂ, ਦੇ ਜਾਵੇਗੀ। ਹਲਕੀ ਦਾ ਅਰਥ ਵਜ਼ਨ ਤੋਂ ਹਲਕੀ ਹੈ, ਗੁਣ ਤੇ ਸੁੰਦਰਤਾ ਤੋਂ ਹਲਕੀ ਨਹੀਂ। ਮੈਂ ਮਸ਼ੀਨ ਵਾਪਸ ਲੈ ਗਿਆ ਤੇ ਉਸ ਦੀ ਥਾਂ ਤੇ ਇੱਕ ਹਲਕੀ ਮਸ਼ੀਨ ਲੈ ਆਇਆ। ਉਹ ਆਸਾਨੀ ਨਾਲ ਤੁਰ ਪਈ। ਮੈਨੂੰ ਕੁਝ ਸ਼ਾਂਤੀ ਮਿਲੀ। ਪਰ ਨਵੀਂ ਲਿਆਂਦੀ ਮਸ਼ੀਨ ਦਾ ਸਾਰਾ ਕੰਮ ਨਵਾਂ ਤੇ ਆਕਰਸ਼ਕ ਸੀ। ਉਸਦੇ ਮੁਕਾਬਲੇ 'ਚ ਹੋਰ ਉਪਕਰਨਾਂ ਦੇ ਕੰਮ ਪੁਰਾਣੇ ਤੇ ਵਿਗੜੇ ਹੋਏ ਜਾਪਦੇ ਸਨ। ਔਰਤ ਨੇ ਇਸ ਗੱਲ ਨੂੰ ਬਹੁਤਾ ਕਰਕੇ ਮਹਿਸੂਸ ਕੀਤਾ। ਉਸਨੇ ਕਿਹਾ, ਜਾਂ ਤਾਂ ਇਹ ਨਵੀਂ ਮਸ਼ੀਨ ਵਾਪਸ ਲੈ ਜਾ ਤੇ ਪੁਰਾਣੀ ਹੀ ਲੈ ਆ, ਤੇ ਜਾਂ ਫਿਰ ਪੁਰਾਣੀਆਂ ਚੀਜ਼ਾਂ, ਉਪਕਰਨ, ਪਦਾਰਥ ਤੇ ਯੰਤਰ ਬਦਲ। ਇਹਨਾਂ ਦੇ ਕੰਮ ਪੁਰਾਣੇ ਹੋ ਚੁੱਕੇ ਹਨ, ਨਵੇਂ ਨਾਲ ਮੇਲ ਨਹੀਂ ਖਾਂਦੇ। ਮੇਰੇ ਲਈ ਬਹੁਤ ਵੱਡੀ ਸਮੱਸਿਆ ਖੜੀ ਹੋ ਗਈ। ਸਭ ਕੁਝ ਹੀ ਇੱਕਦਮ ਬਦਲ ਦੇਣ ਦੀ ਸਮਰੱਥਾ ਮੇਰੇ ਵਿੱਚ ਨਹੀਂ ਸੀ ਤੇ ਪੁਰਾਣੀਆਂ ਚੀਜ਼ਾਂ ਤੋਂ ਔਰਤ ਗੁੱਸੇ ਸੀ। ਮੈਂ ਫਿਰ ਉਸ ਨਾਲ ਸਲਾਹ ਮਸ਼ਵਰਾ ਕੀਤਾ ਤੇ ਕਿਹਾ, ਇਹ ਪਰਿਵਰਤਨ ਬਹੁਤ ਛੇਤੀ ਨਹੀਂ ਹੋ ਸਕਦਾ। ਹੌਲੀ ਹੌਲੀ ਕਰਦੇ ਹਾਂ। ਤੂੰ ਮੇਰੇ ਤੇ ਵਿਸ਼ਵਾਸ ਕਰ। ਮੈਂ ਕਮਰੇ ਦੀ ਹਰ ਪੁਰਾਣੀ ਚੀਜ਼ ਦੀ ਥਾਂ ਨਵੀਂ ਲੈ ਆਵਾਂਗਾ। ਕਮਰੇ ਦੀਆਂ ਚੀਜ਼ਾਂ, ਉਪਕਰਨ, ਮਸ਼ੀਨਾਂ, ਯੰਤਰ, ਡੋਰੀਆਂ, ਇਹ ਸਭ ਕੁਝ ਬਦਲਣ ਲਈ ਸਮਾਂ ਚਾਹੀਦਾ ਸੀ। ਪਰ ਵਿਚਾਰ ਦੇ ਜ਼ਿਹਨ ਵਿੱਚ ਕਿੱਲੇ ਜਿਹੇ ਗੱਡ ਗਏ। ਹਰ ਵੇਲੇ ਇਸ ਗੱਲ ਦੀ ਚਿੰਤਾ ਰਹਿਣ ਲੱਗੀ ਕਿ ਬਹੁਤ ਕੁਝ ਪੁਰਾਣਾ ਹੈ, ਨਵਾਂ ਲਿਆਣਾ ਹੈ, ਕਿਵੇਂ ਲਿਆਣਾ ਹੈ, ਕਿੱਥੋਂ ਲਿਆਣਾ ਹੈ, ਪੁਰਾਣੀਆਂ ਦਾ ਕੀ ਕਰਨਾ ਹੈ। ਪੁਰਾਣੇ ਜੇਕਰ ਕੰਮ ਦੇ ਰਹੇ ਹਨ ਤਾਂ ਕਿਉਂ ਸੁੱਟਣੇ ਹਨ? ਉਹ ਔਰਤ ਤਾਂ ਐਵੇਂ ਹੀ ਕਹਿੰਦੀ ਹੈ। ਉਸਨੇ ਨਾ ਹੀ ਕੁਝ ਲਿਆਣਾ ਹੈ ਤੇ ਨਾ ਹੀ ਕੁਝ ਲਿਆਉਂਦਾ ਸੀ। ਜੇਕਰ ਉਹ ਆਦਮੀ ਮਜਬੂਰ ਨਾ ਕਰਦਾ ਤਾਂ ਮੈਂ ਇੱਕ ਔਰਤ ਨੂੰ ਆਪਣੇ ਕਮਰੇ ਵਿੱਚ ਲੈ ਆਉਣ ਦੇ ਹੱਕ ਵਿੱਚ ਨਹੀਂ ਸੀ। ਜੇਕਰ ਸਭ ਚੀਜ਼ਾਂ ਪੁਰਾਣੀਆਂ ਹੋ ਗਈਆਂ ਹਨ ਤਾਂ ਕੀ ਹੋ ਗਿਆ? ਕੰਮ ਤਾਂ ਦੇ ਰਹੀਆਂ ਹਨ। ਪਰ ਦੂਜੇ ਹੀ ਪਲ ਮੈਂ ਸੋਚਦਾ, ਉਹ ਪਹਿਲਾ ਰਸ, ਆਨੰਦ ਤੇ ਸੁੱਖ ਜੇ ਨਵੀਆਂ ਤੋਂ ਪ੍ਰਾਪਤ ਹੋ ਰਿਹਾ ਸੀ ਤੇ ਮੈਨੂੰ ਸੰਤੋਸ਼ ਦੇ ਰਿਹਾ ਸੀ, ਉਹ ਪੁਰਾਣੀਆਂ ਵਿੱਚ ਨਹੀਂ ਹੈ।
ਜੇਕਰ ਰਸ ਦਾ ਅਨੁਭਵ ਕਰਨਾ ਹੈ ਤਾਂ ਚੀਜ਼ਾਂ ਬਦਲਣੀਆਂ ਪੈਣਗੀਆਂ। ਅਨੁਭਵ ਉਹੀ ਹੈ ਜੋ ਆਦਮੀ ਨੂੰ ਆਪਣਾ ਅਹਿਸਾਸ ਪੂਰੇ ਤੌਰ ਤੇ ਕਰਵਾ ਦੇਵੇ। ਜੇਕਰ ਯੰਤਰ, ਮਸ਼ੀਨ, ਉਪਕਰਨ, ਵਸਤੂਆਂ, ਪਦਾਰਥ ਨਵੇਂ ਨਹੀਂ ਹਨ ਤਾਂ ਪੁਰਾਣਿਆਂ ਤੋਂ ਨਹੀਂ ਹੋਣੇ ਚੰਗੇ। ਉਧਰ ਔਰਤ ਵਿੱਚ ਮੈਂ ਦੋ ਤਰ੍ਹਾਂ ਦੇ ਫਰਕ ਮਹਿਸੂਸ ਕਰ ਰਿਹਾ ਸੀ। ਇੱਕ ਤਾਂ ਉਹ ਪੁਰਾਣੀਆਂ ਚੀਜ਼ਾਂ ਕਮਰੇ ਵਿੱਚ ਹੋਣ ਕਰਕੇ ਬਹੁਤੀ ਗੰਭੀਰ ਹੋ ਗਈ ਸੀ। ਦੂਜਾ, ਮੈਨੂੰ ਉਹ ਵੀ ਪਹਿਲਾਂ ਤੋਂ ਪੁਰਾਣੀ ਦਿਸ ਰਹੀ ਸੀ। ਉਸਦੀ ਗਰਮੀ, ਉਸਦੀ ਊਰਜਾ ਤੇ ਉਸਦੇ ਵਜੂਦ ਦੇ ਤਣਾਅ ਵਿੱਚ ਵੀ ਕਾਫੀ ਕਮੀ ਆ ਚੁੱਕੀ ਸੀ। ਮੈਂ ਬਹੁਤ ਮੁਸ਼ਕਿਲ ਹਾਲਾਤ ਵਿੱਚ ਫਸ ਗਿਆ ਹਾਂ। ਉਹ ਹਾਲਾਤ ਉਸਾਰਨ ਵਿੱਚ ਤੇਰਾ ਵੀ ਹੱਥ ਹੈ। ਤੂੰ ਹੀ ਮੈਨੂੰ ਕਿਹਾ ਸੀ ਕਿ ਕਮਰੇ ਵਿੱਚ ਇੱਕ ਔਰਤ ਵੀ ਲੈ ਆ। ਅਸਲ 'ਚ ਮੈਨੂੰ ਤੇਰਾ ਕਹਿਣਾ ਮੰਨਣਾ ਹੀ ਨਹੀਂ ਸੀ ਚਾਹੀਦਾ, ਮੈਂ ਕਿਹਾ। ਮੈਨੂੰ ਉਹ ਵੀ ਬਹੁਤ ਅਜੀਬ ਲੱਗ ਰਿਹਾ ਸੀ। ਪਹਿਲਾਂ ਤਾਂ ਕਦੀ ਮੈਂ ਧਿਆਨ ਘੱਟ ਹੀ ਕੀਤਾ ਸੀ, ਪਰ ਹੁਣ ਮੈਂ ਵੇਖ ਰਿਹਾ ਸੀ ਕਿ ਮੇਰੀ ਗੱਲ ਦਾ ਕੋਈ ਪ੍ਰਭਾਵ ਉਸ ਤੇ ਨਾ ਹੋਇਆ। ਉਹ ਜਿਵੇਂ ਰੁੱਝਾ ਸੀ, ਰੁੱਝਾ ਰਿਹਾ। ਮੈਂ ਉਸਨੂੰ ਫੇਰ ਕਿਹਾ, ਮੇਰੇ ਵਿੱਚ ਇਤਨੀ ਸਮਰੱਥਾ ਨਹੀਂ ਹੈ ਕਿ ਫੇਰ ਦੌੜ ਭੱਜ ਕਰਾਂ, ਮਿਹਨਤ ਕਰਾਂ ਤੇ ਪਹਿਲਾਂ ਵਾਂਗੂ ਸਭ ਕੁਝ ਇਕੱਠਾ ਕਰਨਾ ਸ਼ੁਰੂ ਕਰ ਦਿਆਂ। ਉਹ ਔਰਤ ਕਹਿ ਰਹੀ ਸੀ ਕਿ ਕਮਰੇ ਦੀਆਂ ਸਾਰੀਆਂ ਚੀਜ਼ਾਂ ਪੁਰਾਣੀਆਂ ਹੋ ਚੁੱਕੀਆਂ ਹਨ। ਇਹਨਾਂ ਵਿੱਚ ਪਹਿਲੇ ਜਿਹਾ ਰਸ, ਸੁੱਖ ਤੇ ਆਨੰਦ ਨਹੀਂ ਹੈ। ਇਹ ਸਾਰੀਆਂ ਚੀਜ਼ਾਂ ਸੁੱਟ ਦੇ ਤੇ ਨਵੀਆਂ ਲੈ ਆ। ਉਹ ਮੁਸਕਰਾਉਂਦਾ ਰਿਹਾ ਤੇ ਹੱਥ, ਤੀਰ, ਤਲਵਾਰ ਤੇ ਰਾਜਾ ਬਣਾਉਂਦਾ ਰਿਹਾ। ਉਸਨੇ ਇੱਕ ਤੀਰ ਚੁੱਕ ਲਿਆ ਤੇ ਕਿਹਾ, ਤੇਰਾ ਕੀ ਇਰਾਦਾ ਹੈ? ਤੂੰ ਕੀ ਕਰਨਾ ਚਾਹੁੰਦਾ ਹੈ? ਇੱਕ ਸੱਚ ਇਹ ਹੈ ਕਿ ਮਨੁੱਖ ਨੂੰ ਕੁਝ ਨਾ ਕੁਝ ਤੇ ਕਰਨਾ ਹੀ ਪੈਂਦਾ ਹੈ। ਇਹੀ ਗੱਲ ਮੈਂ ਤੇਰੇ ਤੋਂ ਪੁੱਛਣ ਆਇਆ ਹਾਂ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ। ਆਦਮੀ ਆਪਣੇ ਆਪ ਵਿੱਚ ਇੱਕ ਖੇਤਰ ਹੈ, ਰਣ ਖੇਤਰ। ਉਹ ਲੜਦਾ ਹੈ, ਆਪਣੇ ਨਾਲ ਲੜਦਾ ਹੈ। ਕਦੀ ਆਪ ਹੀ ਆਪਣੇ ਆਪ ਨੂੰ ਜਿੱਤਦਾ ਹੈ ਤੇ ਕਦੀ ਆਪ ਹੀ ਹਾਰਦਾ ਹੈ। ਤੇਰੇ ਕੋਲ ਵੀ ਇੱਕ ਹੀ ਰਸਤਾ ਹੈ, ਯੁੱਧ ਦਾ। ਤੂੰ ਲੜ ਰਿਹਾ ਹੈ, ਅੱਗੇ ਵੀ ਲੜਨਾ ਹੀ ਪਵੇਗਾ। ਕਹਿ ਕੇ ਉਹ ਚੁੱਪ ਹੋ ਗਿਆ। ਮੈਨੂੰ ਇੱਕ ਗੱਲ ਸੂਝੀ। ਮੈਂ ਪੁੱਛਿਆ, ਜੇਕਰ ਆਦਮੀ ਦਾ ਵਜੂਦ ਯੁੱਧ ਦਾ ਮੈਦਾਨ ਹੈ ਤਾਂ ਤੇਰੇ ਕੋਲ ਵੀ ਤਾਂ ਰਣ ਖੇਤਰ ਹੈ। ਤੂੰ ਵੀ ਤਾਂ ਲੜ ਰਿਹਾ ਹੋਵੇਗਾ। ਹਾਂ, ਮੈਂ ਵੀ ਲੜ ਰਿਹਾ, ਪਰ ਤੈਨੂੰ ਮੇਰੀ ਲੜਾਈ ਪੱਲੇ ਨਹੀਂ ਪੈ ਸਕਦੀ। ਤੂੰ ਵੀ ਲੜ ਰਿਹਾ ਹੈ? ਮੈਨੂੰ ਯਕੀਨ ਨਹੀਂ ਹੁੰਦਾ। ਤੂੰ ਤਾਂ ਇੱਕ ਠਹਿਰਿਆ ਹੋਇਆ ਆਦਮੀ ਹੈ। ਮਿੱਟੀ ਦੀ ਭੰਨਤੋੜ ਤੇ ਉਸਾਰ ਤੇਰਾ ਧੰਦਾ ਹੈ। ਇਹ ਯੁੱਧ ਦੋ ਵਿਧੀਆਂ ਦਾ ਹੈ। ਦੋ ਸੀਮਾਵਾਂ ਤੇ ਲੜਿਆ ਜਾ ਸਕਦਾ ਹੈ। ਇੱਕ ਯੁੱਧ ਉਹ ਹੈ ਜੋ ਯੁੱਧ ਸਮਝ ਕੇ ਲੜਿਆ ਜਾਵੇ। ਦੂਜਾ ਯੁੱਧ ਉਹ ਹੈ ਜੋ ਯੁੱਧ ਨੂੰ ਖੇਲ ਸਮਝ ਕੇ ਖੇਡਿਆ ਜਾਵੇ। ਹੁਣ ਚੋਣ ਤੇਰੀ ਆਪਣੀ ਹੈ। ਜਾਂ ਤੂੰ ਯੁੱਧ ਸਮਝ ਕੇ ਆਪਣੇ ਆਪ ਨਾਲ ਲੜ ਲੈ ਜਾਂ ਫਿਰ ਯੁੱਧ ਨੂੰ ਖੇਡ ਜਾਣ ਕੇ ਖੇਡਣਾ ਸ਼ੁਰੂ ਕਰ ਦੇ। ਮੈਂ ਸੁਣ ਰਿਹਾ ਸੀ, ਪਰ ਉਸਦੀ ਗੱਲ ਸਮਝ ਵਿੱਚ ਨਹੀਂ ਸੀ ਆ ਰਹੀ। ਕੁਝ ਵੀ ਹੈ, ਦੋਵੇਂ ਯੁੱਧ ਹਨ, ਲੜਾਈਆਂ ਹਨ। ਜਾਓ ਤੇ ਲੜੋ, ਜਾਓ ਤੇ ਖੇਡੋ। ਮੈਂ ਇੱਕ ਵਾਰੀ ਫੇਰ ਲੱਕ ਬੰਨ ਲਿਆ, ਤਿਆਰੀ ਕਰ ਲਈ, ਪਰਿਵਰਤਨ ਦਾ ਕ੍ਰਮ ਸ਼ੁਰੂ ਕਰ ਲਿਆ। ਇੱਕ ਮਸ਼ੀਨ ਸੁੱਟੀ, ਉਸਦੀ ਥਾਂ ਤੇ ਦੂਜੀ ਲੈ ਆਇਆ। ਦੂਜਾ ਉਪਕਰਨ ਮੰਡੀ ਵਿੱਚ ਹਲਕੇ ਭਾਅ ਦੇ ਦਿੱਤਾ। ਰਾਹਾਂ ਨਾਲ-ਨਾਲ ਰਲਦੀਆਂ ਗਈਆਂ। ਯੰਤਰ ਵੀ ਬਦਲਣ ਦੀ ਖਾਤਰ ਲੈ ਗਿਆ। ਉਹੀ ਵਪਾਰੀ ਜੋ ਯੰਤਰ ਮੈਨੂੰ ਦੇਣ ਸਮੇਂ ਯੰਤਰਾਂ ਦੀ ਪ੍ਰਸ਼ੰਸਾ ਕਰਦੇ ਸੀ, ਯੰਤਰਾਂ ਨੂੰ ਵੇਖ ਕੇ ਕੁਝ ਮੇਰੇ ਤੇ ਹੱਸੇ ਤੇ ਕੁਝ ਯੰਤਰਾਂ ਤੇ। ਮੈਨੂੰ ਸੰਕੋਚ ਦਾ ਤੇ ਲਾਜ ਦਾ ਮੁਕਾਬਲਾ ਕਰਨਾ ਪਿਆ ਤੇ ਪ੍ਰੇਰਨਾ ਮੈਨੂੰ ਉਸ ਆਦਮੀ ਦੀ ਆਵਾਜ਼ ਦਿੰਦੀ ਰਹੀ। ਆਦਮੀ ਦਾ ਵਜੂਦ ਯੁੱਧ ਖੇਤਰ ਹੈ, ਲੜਨਾ ਹੈ। ਗੱਲ ਸੱਚ ਨਿਕਲੀ। ਲੜਨਾ ਬਹੁਤਾ ਪੈ ਗਿਆ, ਆਪਣੇ ਨਾਲ, ਵਕਾਰ ਨਾਲ, ਆਪਣੇ ਅਭਿਮਾਨ ਨਾਲ। ਮੁੜ ਚਿਹਰੇ ਪਾਣੇ ਪਏ, ਲਿਬਾਸ ਬਦਲਨੇ ਪਏ। ਗਲਤ ਨੂੰ ਠੀਕ ਕਹਿਣਾ ਪਿਆ, ਠੀਕ ਨੂੰ ਗਲਤ ਕਹਿਣਾ ਪਿਆ। ਝੂਠ ਨੂੰ ਸੱਚ ਕਰਨਾ ਪਿਆ, ਸੱਚ ਨੂੰ ਝੂਠ ਕਰਨਾ ਪਿਆ। ਜਿੱਥੇ ਹੱਸਣਾ ਸੀ ਉੱਥੇ ਰੋਣਾ ਪਿਆ, ਜਿੱਥੇ ਰੋਣਾ ਸੀ ਉੱਥੇ ਠਹਾਕੇ ਮਾਰਨੇ ਪਏ, ਜਿੱਥੇ ਰੁਕਣਾ ਸੀ ਉੱਥੇ ਤੁਰਨਾ ਪਿਆ। ਇੱਕ ਯੁੱਧ ਜੋ ਸੀ, ਇੱਕ ਲੜਾਈ ਜੋ ਲੜਨੀ ਸੀ, ਪਰ ਮੈਨੂੰ ਕਦੀ-ਕਦੀ ਆਪਣੇ ਹੀ ਅੰਦਰੋਂ ਆਪਣੀ ਆਵਾਜ਼ ਸੁਣੀਦੀ, ਇਹ ਸ਼ਾਇਦ ਯੁੱਧ ਨਹੀਂ ਹੈ। ਤੂੰ ਉਹ ਲੜਾਈ ਨਹੀਂ ਲੜ ਰਿਹਾ ਜੋ ਉਸ ਆਦਮੀ ਨੇ ਕਹੀ ਸੀ। ਤੇਰੀ ਇਸ ਲੜਾਈ ਦਾ ਖੇਤਰ ਬੇਸ਼ੱਕ ਤੇਰਾ ਆਪਣਾ ਵਜੂਦ ਹੈ, ਪਰ ਇਸ ਵਿੱਚ ਸ਼ੋਸ਼ਣ ਸ਼ਾਮਲ ਹੈ, ਹੀਨਤਾ ਸ਼ਾਮਲ ਹੈ, ਅਪਰਾਧ ਸ਼ਾਮਲ ਹੈ। ਇਹ ਸਭ ਕੁਝ ਤੂੰ ਇਕੱਠਾ ਨਹੀਂ ਕਰ ਰਿਹਾ। ਤੇਰੇ ਬਹਿਰੂਪ, ਚਿਹਰੇ, ਮੁਖੌਟੇ ਤੇ ਝੂਠ ਵਾਕ ਇਕੱਠੇ ਕਰ ਰਹੇ ਹਨ। ਮੈਂ ਲੱਗਾ ਰਿਹਾ, ਨਵੀਆਂ ਡੋਰੀਆਂ, ਮਸ਼ੀਨਾਂ, ਉਪਕਰਨਾਂ ਤੇ ਪਦਾਰਥਾਂ ਨੂੰ ਪਾਉਂਦਾ ਰਿਹਾ। ਇੱਕ ਵਾਰੀ ਫੇਰ ਮੇਰੇ ਕਮਰੇ ਵਿੱਚ ਕੁਝ ਨਵਾਂ ਹੋ ਗਿਆ। ਹੁਣ ਵਰਤਣ ਦੀ ਵਾਰੀ ਆਈ, ਪਰ ਔਖ ਵੱਧ ਗਈ।
ਸਮੱਸਿਆ ਹੋਰ ਖੜੀ ਹੋ ਗਈ। ਨਵੇਂ ਉਪਕਰਨ, ਮਸ਼ੀਨਾਂ ਤੇ ਯੰਤਰਾਂ ਦੇ ਚਲਾਣ ਦੇ ਤਰੀਕੇ ਵੱਖ ਸੀ। ਉਹਨਾਂ ਦੇ ਵਜ਼ਨ ਤੇ ਆਕਾਰ ਵੱਖ ਸੀ। ਉਹਨਾਂ ਨੂੰ ਚਲਾਉਣ ਵਾਲੀ ਗਰਮੀ ਤੇ ਊਰਜਾ ਦੀ ਗਤੀ ਤੇ ਸ਼ਕਤੀ ਵੱਖ ਸੀ। ਪਹਿਲੇ ਸਾਮਾਨ ਵਾਂਗੂ ਉਹਨਾਂ ਦੇ ਚਲਾਣ ਦੇ ਢੰਗ ਨਾਲ ਨਵਾਂ ਕੁਝ ਵੀ ਨਹੀਂ ਸੀ ਤੁਰ ਰਿਹਾ। ਰਸ, ਆਨੰਦ, ਸੁੱਖ ਤਾਂ ਇੱਕ ਪਾਸੇ, ਮੇਰੀ ਜਿਤਨੀ ਸ਼ਕਤੀ ਸਭ ਕੁਝ ਦੁਬਾਰਾ ਜੋੜਨ ਤੇ ਖਰਚ ਹੋ ਰਹੀ ਸੀ, ਉਸ ਤੋਂ ਵੱਧ ਹੁਣ ਉਹਨਾਂ ਨੂੰ ਸਮਝਣ ਤੇ ਹੋ ਰਹੀ ਸੀ। ਕਮਰੇ ਦੇ ਸਾਰੇ ਸਾਮਾਨ ਨੂੰ ਚਲਾਉਣ ਦੀ ਵਿਧੀ ਢੂੰਡਦਿਆਂ ਕੁਝ ਤਬਾਹੀ ਵੀ ਆਈ। ਇੱਕ ਯੰਤਰ ਨੂੰ ਆਪਣੇ ਪਾਸੇ ਖਿੱਚਣ ਲਈ ਮੈਂ ਡੋਰੀ ਕੱਸ ਦਿੱਤੀ, ਹੋਰ ਕੱਸੀ। ਡੋਰੀ ਪੂਰੇ ਤੌਰ ਤੇ ਪੂਰੀ ਸ਼ਕਤੀ ਨਾਲ ਆਪਣੇ ਪਾਸੇ ਖਿੱਚੀ। ਯੰਤਰ ਆਪਣੀ ਥਾਂ ਤੋਂ ਤਿਲ ਭਰ ਵੀ ਨਾ ਹਿੱਲਿਆ। ਡੋਰੀ ਟੁੱਟ ਗਈ। ਉਸਦੇ ਟੁੱਟਣ ਦੀ ਆਵਾਜ਼ ਪਹਿਲਾਂ ਕਮਰੇ ਵਿੱਚ ਗੂੰਜੀ, ਫਿਰ ਮੇਰੇ ਹੱਥਾਂ ਵਿੱਚ ਗੂੰਜੀ, ਫਿਰ ਜ਼ਿਹਨ ਵਿੱਚ, ਤੇ ਉਹ ਆਵਾਜ਼ ਫਿਰ ਮੇਰੀ ਛਾਤੀ ਦੇ ਦੂਰ ਅੰਦਰ ਜਾ ਕੇ ਗੂੰਜੀ। ਮੈਂ ਡੋਰੀ ਨੂੰ ਗੰਢ ਪਾਈ। ਡੋਰੀ ਛੋਟੀ ਹੋ ਗਈ। ਮੈਨੂੰ ਆਪਣੀ ਥਾਂ ਬਦਲਣੀ ਪਈ। ਉਸ ਮਕਾਨ ਵਿੱਚ ਰਹਿੰਦਿਆਂ ਪਹਿਲੀ ਵਾਰੀ ਮੈਨੂੰ ਮਹਿਸੂਸ ਹੋਇਆ ਕਿ ਇੱਕ ਡੋਰੀ ਦੀ ਛੋਟੀ ਜਿਹੀ ਗੰਢ ਆਦਮੀ ਨੂੰ ਆਪਣੀ ਥਾਂ ਤੋਂ ਹਿਲਾ ਸਕਦੀ ਹੈ। ਇੱਕ ਮਸਲਾ ਹੋਰ ਖੜਾ ਹੋ ਗਿਆ। ਇੱਕ ਯੰਤਰ ਦੇ ਥੋੜਾ ਜਿਹੇ ਨੇੜੇ ਹੋਣ ਨਾਲ ਬਾਕੀ ਚੀਜ਼ਾਂ ਦੇ ਫਾਸਲੇ ਘੱਟ ਵੱਧ ਕੇ ਬੇਤਰਤੀਬ ਹੋ ਗਏ। 2-4 ਦਿਨ ਬਾਅਦ ਇੱਕ ਹੋਰ ਘਟਨਾ ਵਾਪਰ ਗਈ। ਇੱਕ ਮਸ਼ੀਨ ਬਹੁਤ ਭਾਰੀ ਦਿਸਦੀ ਸੀ। ਮੈਂ ਉਸ ਨੂੰ ਵਰਤਣ ਲਈ ਡੋਰੀ ਨੂੰ ਝਟਕਾ ਦੇ ਕੇ ਆਪਣੇ ਵੱਲ ਖਿੱਚ ਮਾਰੀ। ਮਸ਼ੀਨ ਉਛਲੀ, ਪਰ ਮੇਰੇ ਕੋਲ ਨਾ ਪਹੁੰਚ ਸਕੀ। ਰਸਤੇ ਵਿੱਚ ਹੀ ਫਰਸ਼ ਨਾਲ ਟਕਰਾ ਕੇ ਟੁੱਟ ਗਈ। ਉਸਦੇ ਟੁੱਟਣ ਦੀ ਆਵਾਜ਼ ਬਹੁਤ ਤਿੱਖੀ ਤੇ ਭਿਆਨਕ ਸੀ। ਕਮਰੇ ਵਿੱਚ ਜ਼ੋਰ ਦੀ ਗੂੰਜ ਪੈਦਾ ਹੋਈ। ਮੇਰੇ ਜ਼ਿਹਨ ਵਿੱਚ ਪਈ। ਗੂੰਜ ਨਾਲ ਮੇਰਾ ਸਾਰਾ ਵਜੂਦ ਹਿੱਲ ਗਿਆ। ਮੈਂ ਉਸ ਮਸ਼ੀਨ ਦੇ ਟੁੱਟਣ ਦੀ ਗੂੰਜ ਕਰਕੇ 3-4 ਦਿਨਾਂ ਤੀਕ ਡਾਵਾਂਡੋਲ ਰਿਹਾ। ਮੈਨੂੰ ਹੁਣ ਔਰਤ ਤੇ ਗੁੱਸਾ ਆਉਣ ਲੱਗ ਰਿਹਾ ਸੀ। ਉਸਨੂੰ ਮਸ਼ੀਨ, ਉਪਕਰਨ, ਯੰਤਰ, ਪਦਾਰਥ, ਚੀਜ਼ਾਂ ਭੋਗਣ ਦਾ ਚਾਅ ਸੀ। ਉਹ ਆਪਣਾ ਸ਼ੌਕ ਪੂਰਾ ਕਰਨ ਖਾਤਰ ਕੁਝ ਤਾਂ ਖਿੱਚਦੀ ਰਹਿੰਦੀ ਸੀ ਤੇ ਮੇਰੇ ਸਾਰੇ ਸੰਘਰਸ਼ ਤੇ ਦੌੜ ਭੱਜ ਨੂੰ ਵਿਅਰਥ ਸਾਬਤ ਕਰਨ ਦੀਆਂ ਗੱਲਾਂ ਕਰਦੀ ਸੀ। ਮੈਂ ਉਸਨੂੰ ਇੱਕ ਗੱਲ ਕਹੀ ਸੀ ਕਿ ਮੇਰੇ ਵਿੱਚ ਸਮਰੱਥਾ ਨਾ ਹੁੰਦਿਆਂ ਵੀ ਸਭ ਕੁਝ ਨਵਾਂ ਲਿਆਂਦਾ ਹੈ। ਇਸ ਤਬਦੀਲੀ ਵਿੱਚ ਮੇਰਾ ਸ਼ੌਕ ਘੱਟ ਸੀ ਤੇ ਉਸਦਾ ਬਹੁਤਾ। ਉਸਨੇ ਬਹੁਤ ਚੁੱਭਣ ਵਾਲੀ ਗੱਲ ਕਹੀ ਸੀ। ਉਸਨੇ ਕਿਹਾ ਸੀ, ਸ਼ਰਤ ਇਹ ਹੈ ਕਿ ਤੂੰ ਮੇਰੀ ਮਲਕੀਅਤ ਵਿੱਚ ਹੈ ਤੇ ਮੈਂ ਤੇਰੀ ਮਾਲਕ ਹਾਂ। ਇਸ ਸ਼ਰਤ ਬਾਰੇ ਤੂੰ ਚੱਲ ਕੇ ਆਇਆ ਤੇ ਤੂੰ ਮਨਜ਼ੂਰ ਕੀਤੀ। ਅੱਜ ਹੀ ਜੇਕਰ ਕੁਝ ਉਲਟ ਹੋ ਸਕਦਾ ਹੈ ਤਾਂ ਤੂੰ ਕਰ ਸਕਦਾ ਹੈ। ਤੂੰ ਮਾਲਕ ਬਣ ਜਾ। ਫਿਰ ਮੈਨੂੰ ਸੋਚਣਾ ਪਵੇਗਾ ਕਿ ਮੈਨੂੰ ਤੇਰੀ ਹਾਕਮੀਅਤ ਸਵੀਕਾਰ ਹੈ ਕਿ ਨਹੀਂ। ਮੈਂ ਤੇਰੇ ਨਾਲ ਰਹਾਂ ਕਿ ਨਹੀਂ। ਤੂੰ ਮੈਨੂੰ ਇਹ ਅਹਿਸਾਸ ਕਰਵਾਉਣ ਦਾ ਯਤਨ ਕਰ ਰਹੀ ਹੈ ਕਿ ਮੈਂ ਆਪਣੇ ਬਾਰੇ 'ਚ ਫੈਸਲਾ ਕਰਨ ਦਾ ਵਿਚਾਰ ਕਰਾਂ। ਮੈਂ ਇਹ ਸੋਚਾਂ ਕਿ ਮੈਂ ਤੇਰੀ ਹਾਕਮੀ ਵਿੱਚ ਰਹਿਣਾ ਹੈ ਕਿ ਨਹੀਂ, ਮੈਂ ਕਿਹਾ। ਉਹ ਹੱਸੀ, ਬਹੁਤ ਹੱਸੀ, ਇਤਨੀ ਉੱਚੀ ਆਵਾਜ਼ ਵਿੱਚ ਕਿ ਉਹ ਆਦਮੀ ਕਮਰੇ ਵਿੱਚੋਂ ਤੁਰ ਆਇਆ। ਉਸਨੇ ਘਬਰਾਏ ਹੋਏ ਲਹਿਜ਼ੇ ਵਿੱਚ ਪੁੱਛਿਆ, ਮਕਾਨ ਵਿੱਚ ਕੀ ਹੋ ਗਿਆ ਹੈ? ਕੁਝ ਨਹੀਂ, ਕੁਝ ਖਾਸ ਨਹੀਂ। ਇਹ ਔਰਤ ਇੱਕ ਸ਼ਰਤ ਤੇ ਇੱਥੇ ਆਈ ਹੈ ਕਿ ਇਹ ਮੇਰੀ ਮਾਲਕ ਹੋਵੇਗੀ ਤੇ ਮੈਂ ਇਸ ਦੀ ਹਾਕਮੀ ਵਿੱਚ ਰਹਾਂਗਾ। ਉਸ ਗੱਲ ਨੂੰ ਲੈ ਕੇ ਹੁਣ ਇਹ ਮੇਰੇ ਸੰਘਰਸ਼ ਦਾ ਖੰਡਨ ਕਰ ਰਹੀ ਹੈ। ਕਹਿ ਰਹੀ ਹੈ ਜਿਹੜੀਆਂ ਚੀਜ਼ਾਂ ਮੈਂ ਲਿਆਇਆ ਹਾਂ ਉਹਨਾਂ ਵਿੱਚ ਪਹਿਲਾਂ ਵਰਗਾ ਰਸ ਤੇ ਆਨੰਦ ਤੇ ਸੁੱਖ ਨਹੀਂ ਹੈ। ਮੈਂ ਘਬਰਾ ਗਿਆ ਸੀ। ਮੈਨੂੰ ਜਾਪਿਆ ਕਿਤੇ ਤੁਸੀਂ ਇੱਕ ਦੂਜੇ ਨੂੰ ਪੁਰਾਣਾ ਤਾਂ ਨਹੀਂ ਕਹਿਣ ਲੱਗ ਗਏ। ਮੈਂ ਸੁੰਨ ਹੋ ਗਿਆ। ਉਸ ਆਦਮੀ ਨੂੰ ਵੇਖਣ ਲੱਗ ਗਿਆ। ਮੈਨੂੰ ਮਹਿਸੂਸ ਹੋਇਆ ਕਿ ਉਹ ਆਦਮੀ ਨਹੀਂ ਹੈ, ਸ਼ਕਤੀ ਹੈ ਤੇ ਊਰਜਾ ਦਾ ਤੁਰਦਾ ਫਿਰਦਾ ਵਜੂਦ ਹੈ। ਮੈਂ ਇੱਕ ਨਜ਼ਰ ਉਸ ਔਰਤ ਵੱਲ ਵੇਖਿਆ। ਮੈਨੂੰ ਲੱਗਾ ਕਿ ਉਹ ਔਰਤ ਆਪਣੇ ਵਜੂਦ ਤੋਂ ਬੇਖਬਰ ਹੈ। ਉਸਨੂੰ ਆਪਣਾ ਧਿਆਨ ਨਹੀਂ ਕਿ ਉਸਨੂੰ ਗਰਮੀ ਤੇ ਊਰਜਾ ਕਿਤਨੀ ਵਰਤ ਚੁੱਕੀ ਹੈ। ਉਹ ਇੱਕ ਉਪਕਰਨ ਵਾਂਗ ਚੱਲ ਚੱਲ ਕੇ ਕਿਤਨੀ ਪੁਰਾਣੀ ਤੇ ਆਕਰਸ਼ਣਹੀਣ ਹੋ ਚੁੱਕੀ ਹੈ। ਸੱਚ ਹੀ ਉਹ ਵੀ ਨਿਕੰਮੀ ਹੋ ਚੁੱਕੀ ਸੀ, ਨਾਕਾਰੀ ਹੋ ਚੁੱਕੀ ਸੀ। ਉਹ ਔਰਤ ਜੋ ਨਵੇਂ ਉਪਕਰਨਾਂ ਵਿੱਚ, ਨਵੀਆਂ ਮਸ਼ੀਨਾਂ ਤੇ ਯੰਤਰਾਂ ਵਿੱਚ ਪਹਿਲਾਂ ਜਿਹਾ ਆਨੰਦ, ਰਸ ਤੇ ਸੁੱਖ ਢੂੰਡ ਰਹੀ ਸੀ, ਉਹ ਆਪ ਕਿਤਨੀ ਰਸਹੀਨ, ਸੁਖਹੀਨ ਤੇ ਆਨੰਦਹੀਨ ਹੋ ਚੁੱਕੀ ਸੀ। ਮੈਨੂੰ ਆਪਣੀ ਹਾਕਮੀ 'ਚ ਕਹਿਣ ਵਾਲੀ ਤੇ ਆਪਣੇ ਆਪ ਨੂੰ ਮਾਲਕ ਕਹਿਣ ਵਾਲੀ ਦਾ ਵਜੂਦ, ਉਸਦਾ ਹਰ ਅੰਗ ਕਿਤਨਾ ਸ਼ਕਤੀਹੀਨ ਹੋ ਚੁੱਕਿਆ ਸੀ। ਉਹ ਆਦਮੀ ਔਰਤ ਨੂੰ ਕੁਝ ਕਹਿ ਰਿਹਾ ਸੀ, ਪਰ ਮੇਰੇ ਅੰਦਰੋਂ ਇੱਕ ਸ਼ੋਰ ਉੱਠ ਖਲੋਤਾ ਸੀ। ਬਾਹਰ ਦੀ ਕੋਈ ਆਵਾਜ਼ ਅੰਦਰ ਪਹੁੰਚਣ ਵਿੱਚ ਅਸਮਰਥ ਸੀ। ਉਹ ਆਦਮੀ ਹੋਰ ਵੱਡਾ ਹੋ ਰਿਹਾ ਸੀ। ਉਹ ਮਿੱਟੀ ਦੀਆਂ ਮੂਰਤਾਂ ਬਣਾਉਣ ਵਾਲਾ, ਅੱਖਾਂ, ਬੁੱਲ੍ਹ ਤੇ ਹੱਥਾਂ ਨੂੰ ਰੰਗ ਦੇਣ ਵਾਲਾ ਤੇ ਰਾਜੇ, ਹਾਥੀ, ਘੋੜੇ ਤੇ ਤੀਰ ਤਲਵਾਰ ਤੇ ਰੱਥ ਬਣਾਉਣ ਵਾਲਾ ਮੂਰਤੀਕਾਰ ਉਧਰ ਨੂੰ ਵਧ ਰਿਹਾ ਸੀ, ਸੱਜੇ ਖੱਬੇ ਫੈਲ ਰਿਹਾ ਸੀ। ਕਹਿ ਰਿਹਾ ਸੀ, ਤੁਸੀਂ ਦੋਵੇਂ ਹੀ ਪੁਰਾਣੇ ਹੋ ਗਏ ਹੋ।
ਊਰਜਾ ਮਸ਼ੀਨ ਵਾਂਗੂ ਤੁਹਾਨੂੰ ਵੀ ਤੋੜਦੀ ਰਹੀ ਹੈ, ਨਚਾਉਂਦੀ ਰਹੀ ਹੈ, ਦੌੜਾਉਂਦੀ ਰਹੀ ਹੈ। ਉਹੀ ਗਰਮੀ ਤੇ ਊਰਜਾ ਤੁਹਾਨੂੰ ਵੀ ਖਾਂਦੀ ਰਹੀ ਹੈ। ਤੁਹਾਨੂੰ ਆਪਣਾ ਕੋਈ ਧਿਆਨ ਨਹੀਂ। ਉਹ ਆਦਮੀ ਤੁਰ ਗਿਆ। ਔਰਤ ਵੀ ਕਮਰੇ ਵਿੱਚ ਨਾ ਰਹੀ। ਕਮਰੇ ਵਿੱਚ ਨਵਾਂ ਸਮਾਨ ਸੀ। ਉਸਨੇ ਵੀ ਚੱਲਣਾ ਸੀ। ਮਸ਼ੀਨਾਂ ਨੇ ਰਸ ਦੇ ਕੇ ਵਿਗੜਨਾ ਸੀ। ਉਪਕਰਨਾਂ ਨੂੰ ਊਰਜਾ ਨੇ ਖਾਣਾ ਸ਼ੁਰੂ ਕਰ ਦੇਣਾ ਸੀ। ਯੰਤਰਾਂ ਦਾ ਕੰਮ, ਆਵਾਜ਼, ਸ਼ਕਤੀ, ਸਭ ਕੁਝ ਘਟਦਾ ਜਾਣਾ ਸੀ। ਹਨੇਰੀ ਵਿੱਚ ਆਣੀ ਸੀ, ਲਿਬਾਸ ਫੇਰ ਫਟਨੇ ਸੀ, ਚਿਹਰੇ ਫੇਰ ਟੁੱਟਣੇ ਸੀ। ਮੈਂ ਇੱਕ ਸ਼ੀਸ਼ਾ ਲਿਆਂਦਾ ਸੀ ਤੇ ਕਮਰੇ ਦੀ ਨੁੱਕਰੇ ਰੱਖ ਕੇ ਉਸਨੂੰ ਭੁਲਾ ਬੈਠਾ ਸੀ। ਮਸ਼ੀਨਾਂ, ਉਪਕਰਨਾਂ, ਯੰਤਰਾਂ ਦੇ ਰਸ ਵਿੱਚ ਸ਼ੀਸ਼ਾ ਗੁੰਮ ਹੀ ਹੋ ਗਿਆ ਸੀ। ਮੈਂ ਆਪਣੇ ਕਮਰੇ ਦੀ ਉਸ ਨੁੱਕਰ ਜਾ ਖਲੋਤਾ। ਸ਼ੀਸ਼ਾ ਸ਼ੀਸ਼ਾ ਨਹੀਂ ਸੀ ਰਹਿ ਗਿਆ। ਉਹ ਇੱਕ ਮਿੱਟੀ ਦੀ ਤਖਤੀ ਵਾਂਗੂ ਹੋ ਗਿਆ ਸੀ। ਮੈਂ ਫਿਰ ਇੱਕ ਕਦਮ ਵੱਧ ਕੇ ਉਸ ਤੇ ਹੱਥ ਘੁਮਾਇਆ। ਜਿਤਨੀ ਥਾਂ ਤੇ ਹੱਥ ਫੇਰਿਆ, ਉਤਨੀ ਥਾਂ ਸਾਫ਼ ਹੋ ਗਈ। ਮੈਂ ਦੋਵੇਂ ਹੱਥ ਘੁਮਾਏ। ਸ਼ੀਸ਼ਾ ਸ਼ੀਸ਼ਾ ਹੋ ਗਿਆ। ਮੈਨੂੰ ਆਪਣਾ ਆਪ ਦਿਸਣ ਲੱਗਾ। ਮੈਂ ਵੀ ਕਿਤਨਾ ਬਦਲ ਚੁੱਕਿਆ ਸੀ। ਮੇਰਾ ਚਿਹਰਾ ਕਿਤਨਾ ਵੀਰਾਨ ਹੋ ਚੁੱਕਿਆ ਸੀ। ਉਸ ਤੇ ਵੀ ਕੋਈ ਸੁੱਖ ਨਹੀਂ ਸੀ, ਕੋਈ ਰਸ ਨਹੀਂ ਸੀ, ਕੋਈ ਆਨੰਦ ਨਹੀਂ ਸੀ। ਚਿੰਤਾ ਸੀ, ਫਿਕਰ ਦਾ ਨਾਚ ਸੀ। ਹੋਰ ਅੱਗੇ ਪਰਿਵਰਤਨ ਦੀ ਚਿੰਤਾ, ਹੋਰ ਮਸ਼ੀਨਾਂ ਦੀ ਤਾਂਘ, ਹੋਰ ਉਪਕਰਨਾਂ ਦੀ ਤਾਂਘ, ਹੋਰ ਯੰਤਰਾਂ ਤੇ ਪਦਾਰਥਾਂ ਦੀ ਆਰਜ਼ੂ, ਤੇ ਨਾਲ ਹੀ ਇੱਕ ਹੋਰ ਚੀਜ਼ ਨੂੰ ਬਦਲਣ ਦੀ, ਉਸ ਵਿੱਚ ਰਸ, ਸੁੱਖ ਤੇ ਆਨੰਦ ਤਲਾਸ਼ ਕਰਨ ਦੀ ਕਾਮਨਾ। ਔਰਤ ਨੂੰ ਬਦਲਣ ਦੀ ਕਾਮਨਾ, ਨਵੀਂ ਤੇ ਅਣਵਰਤੀ ਔਰਤ ਦੀ ਤਾਂਘ। ਮੈਨੂੰ ਆਪਣੇ ਚਿਹਰੇ ਤੋਂ ਡਰ ਲੱਗਣ ਲੱਗ ਗਿਆ। ਮੈਂ ਆਪਣੇ ਵਜੂਦ ਤੋਂ ਤਰਾਇਆ ਗਿਆ। ਇਹੀ ਵਜੂਦ ਸੀ ਜਿਸਨੇ ਕਮਰੇ ਦੀ ਆਰਜ਼ੂ ਕੀਤੀ ਸੀ, ਰੰਗਾਂ ਦੀ ਤਮੰਨਾ ਕੀਤੀ ਸੀ, ਮਸ਼ੀਨਾਂ, ਉਪਕਰਨਾਂ ਤੇ ਪਦਾਰਥਾਂ ਦੀ ਕਾਮਨਾ ਕੀਤੀ ਸੀ। ਇਸੇ ਵਜੂਦ ਨੇ ਆਪਣੇ ਲਈ, ਆਪਣੇ ਆਨੰਦ ਲਈ, ਰਸ ਲਈ, ਸੁੱਖ ਲਈ ਕਿਤਨੇ ਪਰਿਵਰਤਨ ਕਰਵਾਏ ਸੀ। ਮੈਨੂੰ ਹੀ ਕਿਤਨਾ ਬਦਲ ਦਿੱਤਾ ਸੀ। ਇਸਨੇ ਆਪਣੇ ਰਸ ਲਈ ਲਿਬਾਸ ਪਵਾਏ, ਚਿਹਰੇ ਚੜਵਾਏ। ਮੈਨੂੰ ਹਰ ਕਦਮ ਤੇ ਨਿਰਾਦਰ ਦਾ ਮੂੰਹ ਵੇਖਣਾ ਪਿਆ। ਮੈਂ ਕੁਰਲਾ ਕੇ ਸ਼ੀਸ਼ੇ ਤੋਂ ਪੁੱਛਿਆ, ਹੋਰ ਕਿਤਨੇ ਪਰਿਵਰਤਨ ਕਰਨੇ ਹਨ? ਹੋਰ ਕਿਤਨਾ ਕੁਝ ਬਦਲਣਾ ਹੈ? ਕਿਤਨਾ ਚਿਰ ਰਸ ਨੂੰ ਉਹਨਾਂ ਮਸ਼ੀਨਾਂ, ਉਪਕਰਨਾਂ, ਪਦਾਰਥਾਂ ਤੇ ਔਰਤਾਂ ਵਿੱਚ ਢੂੰਡਣਾ ਹੈ? ਕਦੋਂ ਤੀਕ ਇਹ ਬੇਹੂਦਾ ਕੰਮ ਜਾਰੀ ਰੱਖਣਾ ਹੈ? ਮੈਂ ਆਪਣੇ ਕਮਰੇ ਵਿੱਚ ਆ ਖਲੋਤਾ, ਡੋਰੀਆਂ ਨੂੰ ਵੇਖਿਆ, ਮਸ਼ੀਨਾਂ, ਉਪਕਰਨਾਂ ਤੇ ਪਦਾਰਥਾਂ ਦੇ ਗਿੱਟਿਆਂ, ਪੈਰਾਂ ਗਲੀਆਂ ਨੂੰ ਪਈਆਂ ਰੰਗੀਨ ਡੋਰੀਆਂ ਨੂੰ ਵੇਖਿਆ। ਮੈਨੂੰ ਮਹਿਸੂਸ ਹੋਣ ਲੱਗਾ ਉਹ ਰੰਗੀਨ ਡੋਰੀਆਂ ਮੇਰੇ ਗਿੱਟਿਆਂ ਨੂੰ ਪਈਆਂ ਹਨ, ਮੇਰੇ ਪੈਰਾਂ ਨੂੰ ਪਈਆਂ ਹਨ, ਮੇਰੇ ਗਲੇ ਤੇ ਲੱਕ ਨੂੰ ਪਈਆਂ ਹਨ, ਤੇ ਕਮਰੇ ਦਾ ਸਾਰਾ ਸਾਮਾਨ ਮੈਨੂੰ ਆਪਣੇ ਵੱਲ ਖਿੱਚ ਰਿਹਾ ਹੈ। ਮੈਂ ਸ਼ਾਇਦ ਇੱਕ ਬਹੁਤ ਵੱਡੇ ਫਰੇਬ ਵਿੱਚ ਫਸਿਆ ਰਿਹਾ ਹਾਂ। ਮੈਂ ਸੋਚਦਾ ਰਿਹਾ ਹਾਂ ਕਿ ਮਸ਼ੀਨਾਂ, ਉਪਕਰਨਾਂ, ਯੰਤਰਾਂ ਤੇ ਪਦਾਰਥਾਂ ਨੂੰ ਮੈਂ ਡੋਰੀਆਂ ਪਾਈਆਂ ਹਨ। ਮੈਂ ਉਹਨਾਂ ਨੂੰ ਜਕੜ ਕੇ ਡੋਰੀਆਂ ਦੇ ਜਾਲ ਵਿੱਚ ਕੱਸ ਕੇ ਚਲਾਉਂਦਾ ਰਿਹਾ ਹਾਂ। ਮੈਂ ਇਹਨਾਂ ਵਿੱਚੋਂ ਰਸ, ਆਨੰਦ ਤੇ ਸੁੱਖ ਦਾ ਅਨੁਭਵ ਲੈਣ ਲਈ ਵਰਤਦਾ ਰਿਹਾ ਹਾਂ। ਮੈਂ ਕਮਰੇ ਤੋਂ ਬਾਹਰ ਆ ਗਿਆ। ਬਾਹਰ ਔਰਤ ਖਲੋਤੀ ਸੀ। ਉਹ ਹੈਰਾਨ ਨਜ਼ਰਾਂ ਨਾਲ ਆਲੇ ਦੁਆਲੇ ਵੇਖ ਰਹੀ ਸੀ। ਮੈਨੂੰ ਵੇਖ ਕੇ ਉਹ ਮੇਰੇ ਵੱਲ ਵਧੀ। ਮੇਰੇ ਬਹੁਤ ਨੇੜੇ ਪਹੁੰਚ ਕੇ ਉਸਨੇ ਪੁੱਛਿਆ, ਮੈਨੂੰ ਕਿਉਂ ਲਿਆਂਦਾ ਸੀ? ਮੈਂ ਆਪ ਇੱਥੇ ਆਈ ਸੀ? ਮੇਰੇ ਕੋਲ ਉਸਦੇ ਸਵਾਲ ਦਾ ਕੋਈ ਜਵਾਬ ਨਹੀਂ ਸੀ। ਮੈਂ ਸਿਰਫ ਵੇਖਦਾ ਰਿਹਾ ਉਸ ਆਦਮੀ ਦੇ ਮਕਾਨ ਵੱਲ। ਉਸਨੇ ਫੇਰ ਕਿਹਾ, ਮੈਂ ਜਾ ਰਹੀ ਹਾਂ, ਹੁਣ ਵਾਪਸ ਨਹੀਂ ਆਵਾਂਗੀ। ਮੈਨੂੰ ਪਤਾ ਲੱਗ ਗਿਆ ਕਿ ਮੈਂ ਵੀ ਮਸ਼ੀਨ, ਉਪਕਰਨ, ਯੰਤਰ ਤੇ ਪਦਾਰਥ ਵਾਂਗ ਪੁਰਾਣੀ ਹੋ ਗਈ ਹਾਂ। ਮੇਰਾ ਰਸ, ਸੁੱਖ ਤੇ ਆਨੰਦ ਪੁਰਾਣਾ ਹੋ ਚੁੱਕਿਆ ਹੈ। ਤੂੰ ਹੋਰ ਚੀਜ਼ਾਂ ਦੇ ਨਾਲ-ਨਾਲ ਇਹ ਵੀ ਚਾਹ ਰਿਹਾ ਹੈ ਕਿ ਮੈਨੂੰ ਵੀ ਬਦਲ ਦਵੇਂ। ਮੇਰੀ ਜਗ੍ਹਾ ਹੋਰ ਨਵੀਂ ਔਰਤ ਲਿਆਉਣ ਬਾਰੇ ਤੂੰ ਸੋਚ ਰਿਹਾ ਹੈ, ਕਹਿ ਕੇ ਉਹ ਬਸਤੀ ਵਾਲੇ ਪਾਸੇ ਤੁਰ ਗਈ। ਮੈਂ ਉਸ ਆਦਮੀ ਕੋਲ ਗਿਆ। ਉਹ ਆਪਣੀਆਂ ਬਣਾਈਆਂ ਪੁਰਾਣੀਆਂ ਮੂਰਤੀਆਂ ਨੂੰ ਇੱਕ-ਇੱਕ ਕਰਕੇ ਵੇਖ ਰਿਹਾ ਸੀ। ਮੈਨੂੰ ਵੇਖ ਕੇ ਕਿਹਾ, ਮੈਂ ਮੂਰਤੀਆਂ ਬਣਾਉਂਦਾ ਆ ਰਿਹਾ, ਪਰ ਕਦੀ ਵੀ ਆਪਣੀਆਂ ਮੂਰਤੀਆਂ ਨੂੰ ਗੌਰ ਨਾਲ ਨਹੀਂ ਵੇਖਿਆ। ਅੱਜ ਮੈਂ ਸੋਚ ਰਿਹਾ ਹਾਂ ਕਿ ਮੈਂ ਕੀ ਬਣਾਉਂਦਾ ਆਇਆ ਹਾਂ, ਕੀ ਜੋੜਦਾ ਤੋੜਦਾ ਆਇਆ ਹਾਂ। ਮੈਨੂੰ ਆਪਣਾ ਆਪ ਵੀ ਬਹੁਤ ਅਜੀਬ ਲੱਗ ਰਿਹਾ ਹੈ ਤੇ ਇਹ ਮੂਰਤੀਆਂ ਵੀ ਅਜੀਬ ਲੱਗ ਰਹੀਆਂ ਹਨ। ਮੈਂ ਸੋਚ ਰਿਹਾ ਹਾਂ, ਮੇਰਾ ਉਦੇਸ਼ ਕੀ ਹੈ ਤੇ ਮੂਰਤੀਆਂ ਦਾ ਉਦੇਸ਼ ਕੀ ਹੈ। ਮੈਂ ਸੁਣਦਾ ਰਿਹਾ ਤੇ ਸੋਚਦਾ ਰਿਹਾ, ਇਹ ਆਦਮੀ ਕੀ ਹੈ? ਇਹ ਮੇਰੇ ਸਵਾਲ ਨੂੰ ਕਿਵੇਂ ਜਾਣ ਸਕਦਾ ਹੈ? ਮੇਰੇ ਸਵਾਲ ਨੂੰ ਆਪਣਾ ਸਵਾਲ ਕਿਵੇਂ ਬਣਾ ਲੈਂਦਾ ਹੈ? ਉਹ ਔਰਤ ਤੁਰ ਗਈ। ਮੈਂ ਕਿਹਾ, ਕੀ ਕਿਹਾ? ਔਰਤ ਤੁਰ ਗਈ ਹੈ? ਕਿਉਂ ਤੁਰ ਗਈ ਹੈ? ਕਿਸ ਵੇਲੇ ਗਈ ਹੈ? ਹੁਣੇ ਗਈ ਹੈ। ਮੈਂ ਨਹੀਂ ਜਾਣ ਸਕਿਆ ਕਿਉਂ ਗਈ ਹੈ। ਤੂੰ ਉਸਨੂੰ ਰੋਕਿਆ ਨਹੀਂ? ਰੋਕਣ ਦੀ ਲੋੜ ਹੀ ਨਹੀਂ ਸਮਝੀ? ਫਿਰ ਜੇਕਰ ਮੈਂ ਉਸਨੂੰ ਰੋਕਣਾ ਚਾਹੁੰਦਾ ਵੀ ਤਾਂ ਉਸਨੇ ਰੁਕਣਾ ਨਹੀਂ ਸੀ।
ਜਾਂਦਿਆਂ ਉਸਨੇ ਕੁਝ ਕਿਹਾ ਸੀ? ਹਾਂ, ਕਿਹਾ ਸੀ। ਇੱਕ ਇਲਜ਼ਾਮ ਮੇਰੇ ਸਿਰ ਤੇ ਲਗਾ ਗਈ। ਕਹਿ ਗਈ ਕਿ ਹੁਣ ਹੋਰ ਚੀਜ਼ਾਂ ਦੇ ਨਾਲ ਮੈਂ ਵੀ ਪੁਰਾਣੀ ਹੋ ਗਈ ਹਾਂ। ਹੋ ਸਕਦਾ ਹੈ ਤੇਰੇ ਜ਼ਿਹਨ ਵਿੱਚ ਇਹ ਗੱਲ ਆ ਜਾਵੇ ਕਿ ਮਸ਼ੀਨ ਜਾਂ ਪਦਾਰਥ ਵਾਂਗੂ ਔਰਤ ਨੂੰ ਵੀ ਬਦਲ ਦਿਓ। ਪਹਿਲੀ ਨੂੰ ਸੁੱਟ ਦਿਓ, ਦੂਜੀ ਨੂੰ ਲੈ ਆਓ। ਤੂੰ ਜਾਣਦਾ ਹੈ ਕਿ ਉਹ ਔਰਤ ਕਿਉਂ ਗਈ ਹੈ? ਕਿਉਂ ਤੈਨੂੰ ਛੱਡ ਕੇ ਗਈ ਹੈ? ਮੈਂ ਜਾਣਦਾ ਹਾਂ। ਤੂੰ ਕੀ ਕਹਿ ਰਿਹਾ ਹੈ? ਮੈਂ ਜਾਣਦਾ ਹਾਂ। ਤੂੰ ਕੀ ਕਹਿ ਰਿਹਾ ਹੈ? ਮੈਂ ਕਿਵੇਂ ਜਾਣ ਸਕਦਾ ਹਾਂ ਕਿ ਉਹ ਕਿਉਂ ਗਈ ਹੈ? ਮੇਰਾ ਤਾਂ ਵਿਚਾਰ ਹੈ ਕਿ ਉਹ ਤੇਰੀ ਗੱਲ ਤੋਂ ਨਿਰਾਸ਼ ਹੋ ਕੇ ਗਈ ਹੈ। ਮੇਰੀ ਗੱਲ ਤੋਂ? ਮੈਂ ਉਸਨੂੰ ਕੀ ਕਿਹਾ ਹੈ? ਉਸਨੇ ਪੁੱਛਿਆ। ਤੂੰ ਇੱਕ ਬਹੁਤ ਵੱਡੀ ਗੱਲ ਕਹੀ ਹੈ। ਤੂੰ ਕਿਹਾ ਹੈ ਕਿ ਤੁਸੀਂ ਦੋਵੇਂ ਇਹ ਤਾਂ ਨਹੀਂ ਸਮਝ ਰਹੇ ਕਿ ਤੁਸੀਂ ਪੁਰਾਣੇ ਹੋ ਗਏ ਹੋ। ਮੇਰੇ ਖਿਆਲ ਵਿੱਚ ਇਹ ਗੱਲ ਉਸਦੇ ਜ਼ਿਹਨ ਵਿੱਚ ਬੈਠ ਗਈ ਕਿ ਉਹ ਪੁਰਾਣੀ ਹੋ ਗਈ ਹੈ। ਹੁਣ ਸ਼ਾਇਦ ਉਸਨੂੰ ਵੀ ਨਾ ਬਦਲ ਦਿੱਤਾ ਜਾਵੇ। ਤੂੰ ਉਸਦੇ ਜਾਣ ਤੋਂ ਪਰੇਸ਼ਾਨ ਹੈ? ਉਸਨੇ ਪੁੱਛਿਆ। ਨਹੀਂ, ਮੈਨੂੰ ਉਸਦੇ ਜਾਣ ਤੇ ਕੁਝ ਮਹਿਸੂਸ ਨਹੀਂ ਹੋਇਆ। ਪਰ ਇਹ ਵੀ ਤਾਂ ਹੋ ਸਕਦਾ ਹੈ ਕਿ ਉਸਨੇ ਪਹਿਲ ਕੀਤੀ ਹੋਵੇ। ਇਸ ਤੋਂ ਪਹਿਲਾਂ ਕਿ ਕਿਸੇ ਮਸ਼ੀਨ, ਯੰਤਰ ਜਾਂ ਪਦਾਰਥ ਵਾਂਗ ਤੂੰ ਉਸਨੂੰ ਬਦਲ ਦਿੰਦਾ, ਉਹੀ ਤੈਨੂੰ ਬਦਲ ਗਈ ਹੋਵੇ। ਉਹ ਮੈਨੂੰ? ਹਾਂ, ਤੈਨੂੰ। ਜੇਕਰ ਤੇਰੇ ਲਈ ਉਹ ਪੁਰਾਣੀ ਸੀ ਤਾਂ ਤੂੰ ਵੀ ਉਸ ਲਈ ਪੁਰਾਣਾ ਹੋ ਚੁੱਕਿਆ ਸੀ। ਉਹ ਔਰਤ ਬਹੁਤ ਵੱਡੇ ਜ਼ਿਹਨ ਵਾਲੀ ਸੀ। ਉਹ ਤੈਨੂੰ ਬਦਲ ਗਈ। ਉਹ ਪਰਿਵਰਤਨ ਤੇ ਰਸ ਦਾ ਅਰਥ ਜਾਣਦੀ ਸੀ। ਮੈਂ ਇਹੀ ਗੱਲ ਤੇਰੇ ਤੋਂ ਪੁੱਛਣ ਆਇਆ ਹਾਂ ਕਿ ਰਸ ਦਾ ਕੀ ਅਰਥ ਹੈ? ਸੁੱਖ ਦਾ ਕੀ ਅਰਥ ਹੈ? ਆਨੰਦ ਦਾ ਕੀ ਮਤਲਬ ਹੈ? ਜੇਕਰ ਰਸ ਤੇ ਸੁੱਖ ਦਾ ਮਤਲਬ ਤਾਂਘ ਹੈ ਤਾਂ ਇਹ ਵਿਅਰਥ ਜਿਹਾ ਅੱਖਰ ਹੈ। ਤਾਂਘ ਤਾਂ ਵੱਧਦੀ ਜਾਂਦੀ ਹੈ, ਫੈਲਦੀ ਜਾਂਦੀ ਹੈ। ਜੇਕਰ ਰਸ ਦਾ ਅਰਥ ਪਰਿਵਰਤਨ ਹੈ, ਪਦਾਰਥਾਂ, ਚੀਜ਼ਾਂ, ਉਪਕਰਨਾਂ ਦਾ ਬਦਲਣਾ ਰਸ ਹੈ, ਤਾਂ ਇਹ ਤਬਦੀਲੀ ਕਦੋਂ ਤੀਕ ਹੋ ਸਕਦੀ ਹੈ? ਇਸ ਦੀ ਚਰਮ ਸੀਮਾ ਕਿੱਥੇ ਹੈ ਤੇ ਅੰਤ ਕਿੱਥੇ ਹੈ? ਤਾਂਘ ਦਾ, ਕਾਮਨਾ ਦਾ ਜਨਮ ਕਿੱਥੇ ਤੇ ਕਿਵੇਂ ਹੁੰਦਾ ਹੈ? ਇਸ ਦਾ ਪਤਾ ਨਹੀਂ ਲੱਗ ਸਕਦਾ। ਇਸ ਲਈ ਇਸ ਦੇ ਅੰਤ ਦਾ ਵੀ ਕੋਈ ਪਤਾ ਨਹੀਂ। ਰਸ ਕੀ ਹੈ, ਕਿਵੇਂ ਪੈਦਾ ਹੁੰਦਾ ਹੈ, ਕਿੱਥੋਂ ਆਉਂਦਾ ਹੈ, ਕੋਈ ਠਿਕਾਣਾ ਨਹੀਂ। ਜਿਸ ਦੇ ਆਉਣ ਦਾ, ਜਨਮ ਦਾ ਗਿਆਨ ਨਾ ਹੋ ਸਕੇ, ਉਸ ਦੇ ਅੰਤ ਬਾਰੇ ਕੀ ਕਿਹਾ ਜਾ ਸਕਦਾ ਹੈ? ਮੈਂ ਵੀ ਪਰੇਸ਼ਾਨ ਹਾਂ। ਮੈਨੂੰ ਵੀ ਤਾਂਘ ਹੈ ਮੂਰਤੀਆਂ ਬਣਾਉਣ ਦੀ। ਮੈਨੂੰ ਵੀ ਤਾਂਘ ਹੈ, ਕਾਮਨਾ ਹੈ ਸੁੰਦਰਤਾ ਵੇਖਣ ਦੀ। ਮੈਂ ਵੀ ਮੂਰਤੀਆਂ ਬਣਾ ਕੇ ਉਹਨਾਂ ਵਿੱਚੋਂ ਰਸ ਦਾ, ਸੁੱਖ ਦਾ, ਆਨੰਦ ਦਾ ਅਨੁਭਵ ਕਰਨਾ ਚਾਹੁੰਦਾ ਹਾਂ। ਪਰ ਅੰਤ ਨਹੀਂ ਦਿਸ ਰਿਹਾ। ਬਣਾਉਣ ਦਾ ਅੰਤ ਕਿੱਥੇ ਹੈ? ਰਸ ਦਾ ਅੰਤ ਕਿੱਥੇ ਹੈ? ਮੈਂ ਵੀ ਇੱਥੋਂ ਜਾ ਰਿਹਾ। ਇਹ ਮਕਾਨ ਛੱਡ ਰਿਹਾ, ਮੈਂ ਕਿਹਾ। ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ। ਰਹਿਣਾ ਚਾਹੇ ਰਹਿ ਸਕਦਾ ਹੈ, ਜਾਣਾ ਚਾਹੇ ਜਾ ਸਕਦਾ ਹੈ। ਪਰ ਇੱਕ ਗੱਲ ਹੈ, ਮੇਰੇ ਸਮਝ ਵਿੱਚ ਨਹੀਂ ਆ ਰਿਹਾ ਕਿ ਤੂੰ ਜਾ ਕਿਉਂ ਰਿਹਾ ਹੈ ਤੇ ਕਿੱਥੇ ਜਾ ਰਿਹਾ ਹੈ। ਮੈਂ ਪਰਿਵਰਤਨ ਦੇ ਜਾਲ ਵਿੱਚੋਂ ਨਿਕਲਣਾ ਚਾਹਨਾ ਹਾਂ। ਨਵੀਂ ਪੁਰਾਣੀ ਦੇ ਜਾਲ ਤੋਂ ਛੁਟਕਾਰਾ ਪਾਣਾ ਚਾਹਨਾ ਹਾਂ। ਮੈਂ ਵਾਪਸ ਬਸਤੀ ਵਿੱਚ ਤੁਰ ਜਾਵਾਂਗਾ। ਸੁਣ ਕੇ ਉਹ ਆਦਮੀ ਬਹੁਤ ਜ਼ੋਰ ਨਾਲ ਹੱਸਿਆ। ਤੂੰ ਕਹਿ ਰਿਹਾ ਹੈ ਕਿ ਤੂੰ ਪਰਿਵਰਤਨ ਦੇ ਜਾਲ ਵਿੱਚੋਂ ਨਿਕਲਣਾ ਚਾਹੁੰਦਾ ਹੈ, ਪਰ ਮੁੜ ਪਰਿਵਰਤਨ ਕਰ ਰਿਹਾ ਹੈ। ਮੁੜ ਪਰਿਵਰਤਨ ਵਿੱਚ ਫਸ ਰਿਹਾ ਹੈ। ਇੱਕ ਜਗ੍ਹਾ ਛੱਡ ਕੇ ਤੇ ਦੂਜੀ ਜਗ੍ਹਾ ਜਾਣਾ ਵੀ ਤਾਂ ਪਰਿਵਰਤਨ ਹੈ। ਬਦਲਣ ਦੀ ਜਾਂ ਬਦਲ ਦੇਣ ਦੀ ਤਾਂਘ ਹੈ। ਮੈਨੂੰ ਉਹ ਆਦਮੀ ਬਹੁਤ ਮੁਸ਼ਕਿਲ ਜਾਪਿਆ। ਮੈਂ ਮਕਾਨ ਛੱਡ ਕੇ ਦੂਜੇ ਵਿੱਚ ਜਾਣ ਦੀ ਸੋਚ ਰਿਹਾ ਸੀ। ਸੱਚ ਹੀ ਮੈਂ ਪਰਿਵਰਤਨ ਬਾਰੇ ਸੋਚ ਰਿਹਾ ਸੀ। ਮੈਨੂੰ ਕੀ ਕਰਨਾ ਚਾਹੀਦਾ ਹੈ? ਮੈਂ ਪੁੱਛਿਆ। ਮੈਂ ਆਪ ਨਹੀਂ ਜਾਣਦਾ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ। ਤੈਨੂੰ ਕਿਵੇਂ ਦੱਸ ਸਕਦਾ ਹਾਂ ਕਿ ਤੈਨੂੰ ਕੀ ਕਰਨਾ ਚਾਹੀਦਾ ਹੈ? ਉਸਨੇ ਨਿਰਾਸ਼ਾ ਭਰੇ ਸੁਰ ਵਿੱਚ ਕਿਹਾ। ਮੈਂ ਆਪਣੇ ਕਮਰੇ ਵਿੱਚ ਤੁਰ ਆਇਆ। ਉਪਕਰਨ ਆਪਣੀ ਥਾਂ ਤੇ ਟਿਕੇ ਸਨ। ਮਸ਼ੀਨਾਂ, ਯੰਤਰ, ਪਦਾਰਥ ਸਭ ਕੁਝ ਟਿਕੇ ਹੋਏ ਸਨ। ਵਰਤਨ ਦੀ ਤਾਂਘ ਨਹੀਂ ਸੀ, ਆਪਣੇ ਵੱਲ ਖਿੱਚਣ ਦੀ ਤਾਂਘ ਨਹੀਂ ਸੀ। ਜਾਣ ਗਿਆ ਸੀ ਕਿ ਵਰਤਨ ਤੇ ਇਹ ਖਰਾਬ ਹੋ ਜਾਂਦੇ ਹਨ। ਮੁਰੰਮਤ ਕਰਵਾਉਣੀ ਪੈਂਦੀ ਹੈ। ਪਹਿਲੇ ਜਿਹਾ ਇਹਨਾਂ ਵਿੱਚ ਕੁਝ ਵੀ ਨਹੀਂ ਰਹਿੰਦਾ। ਇੱਕ ਦਿਨ ਇਹ ਸੁੱਟਣੇ ਪੈਂਦੇ ਹਨ। ਇਹਨਾਂ ਦੀ ਥਾਂ ਤੇ ਨਵੇਂ ਲਿਆਉਣ ਦੀ ਤਾਂਘ ਸਿਰ ਚੁੱਕ ਲੈਂਦੀ ਹੈ। ਫਿਰ ਨਵੇਂ, ਫਿਰ ਪੁਰਾਣੇ, ਫਿਰ ਡੋਰੀਆਂ, ਫਿਰ ਗੰਢਾਂ, ਫਿਰ ਨਿਰਾਸ਼ਾ, ਫਿਰ ਆਸ਼ਾ। ਪੁਰਾਣੇ ਤੋਂ ਨਿਰਾਸ਼ਾ, ਨਵੇਂ ਦੀ ਆਸ਼ਾ। ਪੁਰਾਣੀ ਗੰਢ ਖੋਲੋ, ਨਵੀਂ ਬੰਨੋ। ਨਵੀਂ ਢਿੱਲੀ ਹੋ ਜਾਂਦੀ ਹੈ, ਮੁੜ ਕੱਸੋ। ਭਾਰ ਦਾ ਤਾਂ ਪਤਾ ਨਹੀਂ ਲੱਗਦਾ। ਡੋਰੀ ਟੁੱਟਦੀ ਹੈ, ਗੰਢ ਪਾਓ। ਆਸ਼ਾ, ਨਿਰਾਸ਼ਾ, ਪੁਰਾਣਾ, ਨਵਾਂ, ਰਸ, ਸੁੱਖ, ਸੰਘਰਸ਼, ਮਸ਼ੀਨ, ਉਪਕਰਨ, ਪਦਾਰਥ, ਔਰਤ। ਮੈਂ ਕਮਰਾ ਛੱਡ ਜਾਣ ਦਾ ਨਿਸ਼ਚਾ ਕਰ ਲਿਆ।
ਮੈਂ ਸੋਚ ਰਿਹਾ ਸੀ ਕਿ ਜੇਕਰ ਮੈਂ ਇੱਥੇ ਹੀ ਰਿਹਾ ਤਾਂ ਮਸ਼ੀਨਾਂ, ਉਪਕਰਨ, ਪਦਾਰਥ, ਆਸ਼ਾ, ਨਿਰਾਸ਼ਾ ਸਭ ਕੁਝ ਅੱਖਾਂ ਵਿੱਚ ਫਿਰਦਾ ਰਹੇਗਾ। ਸਭ ਕੁਝ ਜਾਗਦਾ ਰਹੇਗਾ, ਸਭ ਕੁਝ ਮੇਰੇ ਵੱਲ ਵੇਖਦਾ ਰਹੇਗਾ, ਮੈਨੂੰ ਬੁਲਾਉਂਦਾ ਰਹੇਗਾ। ਚੰਗਾ ਹੈ ਇਹ ਮਕਾਨ ਹੀ ਛੱਡ ਦਿੱਤਾ ਜਾਏ। ਪਰ ਦੂਜੇ ਹੀ ਪਲ ਉਸ ਆਦਮੀ ਦੀ ਗੱਲ ਜ਼ਿਹਨ ਵਿੱਚ ਆ ਕੇ ਮੇਰੇ ਨਿਸ਼ਚੇ ਨੂੰ ਕਮਜ਼ੋਰ ਕਰ ਜਾਂਦੀ, ਤੋੜ ਜਾਂਦੀ। ਇੱਥੋਂ ਜਾਣਾ ਵੀ ਤਾਂ ਪਰਿਵਰਤਨ ਹੈ। ਜਾਣਾ ਪਰਿਵਰਤਨ ਵਿੱਚੋਂ ਨਿਕਲਣਾ ਨਹੀਂ। ਜਾਣਾ ਪਰਿਵਰਤਨ ਵਿੱਚੋਂ ਨਿਕਲਣਾ ਕਿਵੇਂ ਨਹੀਂ ਹੈ? ਮੈਂ ਆਪਣੇ ਆਪ ਤੋਂ ਪੁੱਛਿਆ। ਉੱਤਰ ਵਿੱਚ ਮੈਂ ਉੱਠ ਕੇ ਬਾਹਰ ਆ ਗਿਆ। ਮਕਾਨ ਦੇ ਬਾਹਰ ਖਲੋ ਕੇ ਮੈਂ ਇੱਕ ਨਜ਼ਰ ਮਕਾਨ ਨੂੰ ਵੇਖਿਆ, ਫਿਰ ਬੂਹੇ ਨੂੰ। ਬੂਹਾ ਖੁੱਲਾ ਸੀ। ਅੰਦਰ ਉਹ ਸਭ ਕੁਝ ਸੀ ਜੋ ਮੈਨੂੰ ਜਾਣ ਤੇ ਮਜਬੂਰ ਕਰ ਰਿਹਾ ਸੀ। ਮੈਂ ਸਭ ਕੁਝ ਨੂੰ ਜ਼ਿਹਨ ਵਿੱਚੋਂ ਕੱਢਣ ਦਾ ਯਤਨ ਕਰਨ ਲੱਗਾ। ਮੈਂ ਚਾਹੁੰਦਾ ਸੀ ਕਿ ਮਕਾਨ ਦੇ ਨਾਲ ਹੀ ਸਾਰੀਆਂ ਯਾਦਾਂ, ਆਸ਼ਾ, ਨਿਰਾਸ਼ਾ ਸਭ ਕੁਝ ਇੱਥੇ ਹੀ ਛੱਡ ਜਾਵਾਂ। ਮੈਂ ਬਾਰ-ਬਾਰ ਯਤਨ ਕਰ ਰਿਹਾ ਸੀ ਕਿ ਜ਼ਿਹਨ ਵਿੱਚ ਕੁਝ ਨਾ ਆਵੇ। ਜੋ ਕੁਝ ਹੋਇਆ ਹੈ, ਬੀਤਿਆ ਹੈ, ਕੁਝ ਨਾ ਰਹੇ। ਪਰ ਮੈਂ ਆਪਣੇ ਆਪ ਨੂੰ ਮਜਬੂਰ ਮਹਿਸੂਸ ਕਰ ਰਿਹਾ ਸੀ। ਕੁਝ ਨਾ ਕੁਝ ਜ਼ਿਹਨ ਵਿੱਚ ਤੁਰਿਆ ਆ ਰਿਹਾ ਸੀ। ਮੈਂ ਦਰਵਾਜ਼ੇ ਵਿੱਚ ਬਹਿ ਗਿਆ। ਆਪਣੇ ਆਪ ਤੋਂ ਪਰੇਸ਼ਾਨ ਹੋਣ ਲੱਗਾ। ਮੈਂ ਜਾਣਾ ਵੀ ਚਾਹੁੰਦਾ ਸੀ, ਜਾ ਵੀ ਨਹੀਂ ਸੀ ਰਿਹਾ। ਕਾਰਨ ਸਾਫ਼ ਨਹੀਂ ਸੀ। ਸ਼ਾਇਦ ਇੱਕ ਮੋਹ ਸੀ, ਜਾਂ ਫਿਰ ਤਾਂਘ ਸੀ, ਜਾਂ ਫਿਰ ਕੋਈ ਆਸ ਸੀ। ਉਹ ਕੀ ਸੀ ਜੋ ਰੋਕ ਰਿਹਾ ਸੀ? ਪਰ ਉਹ ਵੀ ਕੀ ਸੀ ਜੋ ਮਕਾਨ ਛੱਡਣ ਤੇ ਮਜਬੂਰ ਕਰ ਰਿਹਾ ਸੀ? ਕੁਝ ਅਰੂਪ ਜਿਹਾ ਮੇਰੇ ਅੱਗੇ ਸੀ, ਕੁਝ ਅਸਪਸ਼ਟ ਜਿਹਾ ਮੇਰੇ ਪਿੱਛੇ ਸੀ। ਰਹਿਣਾ, ਟਿਕਣਾ, ਤਾਂਘ ਸੀ। ਜਾਣਾ, ਪਰਿਵਰਤਨ ਸੀ। ਪਰਿਵਰਤਨ ਨਵੀਂ ਤਾਂਘ ਦਾ ਮੁੱਢ ਸੀ। ਨਵੀਂ ਤਾਂਘ ਪਰਿਵਰਤਨ ਵੱਲ ਜਾਣ ਦੀ ਰਾਹ ਸੀ। ਫੈਸਲਾ ਮੁਸ਼ਕਿਲ ਸੀ, ਨਖੇੜਾ ਔਖਾ ਸੀ। ਮੈਂ ਉੱਠ ਕੇ ਅੰਦਰ ਤੁਰ ਗਿਆ। ਡੋਰੀਆਂ ਕੱਟ ਦਿੱਤੀਆਂ, ਡੋਰੀਆਂ ਦੇ ਟੋਟੇ ਕਰਕੇ ਬਾਹਰ ਸੁੱਟ ਦਿੱਤੇ। ਇੱਕ ਮਸ਼ੀਨ ਚੁੱਕੀ, ਕੁਝ ਭਾਰੀ ਸੀ, ਪਰ ਚੁੱਕ ਲਈ। ਮਕਾਨ ਤੋਂ ਕੁਝ ਦੂਰ ਵਿਰਾਨੇ ਵਿੱਚ ਰੱਖ ਆਇਆ। ਫਿਰ ਸਾਰੇ ਯੰਤਰ, ਸਾਰੇ ਉਪਕਰਨ ਚੁੱਕੇ, ਸਾਰੇ ਪਦਾਰਥ ਸਮੇਟੇ ਤੇ ਵਿਰਾਨੇ ਵਿੱਚ ਇਕੱਠੇ ਕਰ ਦਿੱਤੇ। ਫਿਰ ਲਿਬਾਸਾਂ ਨੂੰ ਪਾੜਨਾ ਸ਼ੁਰੂ ਕਰ ਦਿੱਤਾ। ਲਿਬਾਸਾਂ ਨੂੰ ਲੀਰ-ਲੀਰ ਕਰ ਦਿੱਤਾ, ਚਿਹਰੇ ਤੋੜੇ, ਸਾਰਾ ਮਲਬਾ ਬਾਹਰ ਸੁੱਟਿਆ। ਅੰਤ ਵਿੱਚ ਇੱਕ ਸ਼ੀਸ਼ਾ ਰਹਿ ਗਿਆ। ਮੈਂ ਇੱਕ ਵਾਰੀ ਉਸ ਵਿੱਚ ਮੂੰਹ ਵੇਖਿਆ ਤੇ ਬਾਹਰ ਵਗਾਹ ਮਾਰਿਆ। ਹੁਣ ਮਕਾਨ ਖਾਲੀ ਸੀ। ਸ਼ੀਸ਼ਾ ਟੁੱਟਣ ਦੀ ਆਵਾਜ਼ ਗੂੰਜੀ ਸੀ। ਉਹ ਆਦਮੀ ਛੇਤੀ-ਛੇਤੀ ਤੁਰਦਾ ਮੇਰੇ ਕਮਰੇ 'ਚ ਆ ਗਿਆ। ਆਂਦਿਆਂ ਹੀ ਉਸਨੇ ਪੁੱਛਿਆ, ਕੀ ਹੋਇਆ? ਸ਼ੀਸ਼ਾ ਤੋੜ ਦਿੱਤਾ, ਬਾਹਰ ਵਗਾਹ ਮਾਰਿਆ। ਕਿਉਂ? ਉਸਨੇ ਪੁੱਛਿਆ। ਉਸਦੀ ਜ਼ਰੂਰਤ ਨਹੀਂ ਰਹੀ, ਮੈਂ ਕਿਹਾ। ਉਸ ਆਦਮੀ ਨੇ ਕਮਰੇ ਨੂੰ ਵੇਖਿਆ। ਕਮਰਾ ਖਾਲੀ ਸੀ। ਕਮਰੇ ਵਿੱਚ ਸਿਰਫ ਮੈਂ ਸੀ। ਸਾਮਾਨ ਕਿੱਥੇ ਹੈ? ਮਸ਼ੀਨਾਂ, ਉਪਕਰਨ, ਯੰਤਰ, ਪਦਾਰਥ ਸਭ ਕੁਝ ਕਿੱਥੇ ਹੈ? ਕਿੱਥੇ ਅਲੋਪ ਹੋ ਗਿਆ ਹੈ? ਅਲੋਪ ਨਹੀਂ ਹੋਇਆ, ਮੈਂ ਆਪੇ ਚੁੱਕ ਕੇ ਵਿਰਾਨੇ ਵਿੱਚ ਰੱਖ ਆਇਆ ਹਾਂ। ਤੂੰ ਆਪ ਰੱਖ ਆਇਆ ਹੈ? ਗੱਲ ਸਮਝ ਨਹੀਂ ਆਈ। ਕਿਉਂ ਰੱਖ ਆਇਆ ਹੈ? ਹੈਰਾਨਗੀ ਵਿੱਚ ਉਸਨੇ ਪੁੱਛਿਆ। ਮੈਂ ਪਰਿਵਰਤਨ ਕੀਤਾ ਹੈ। ਹੋਰ ਨਵਾਂ ਸਭ ਕੁਝ ਲਿਆਂਦਾ? ਨਹੀਂ, ਚੀਜ਼ਾਂ, ਪਦਾਰਥਾਂ, ਮਸ਼ੀਨਾਂ ਬਾਰੇ ਨਹੀਂ, ਆਪਣੇ ਬਾਰੇ ਵਿੱਚ। ਕੀ ਪਰਿਵਰਤਨ ਕੀਤਾ ਹੈ? ਮੇਰੇ ਸਾਹਮਣੇ ਇੱਕ ਹੀ ਰਸਤਾ ਸੀ। ਪਦਾਰਥ ਤੇ ਮਸ਼ੀਨਾਂ ਤੇ ਡੋਰੀਆਂ ਨੂੰ ਬਦਲਣ ਦੀ ਬਜਾਏ ਆਪਣੇ ਆਪ ਨੂੰ ਬਦਲ ਲਵਾਂ। ਮੈਂ ਨਿਸ਼ਚਾ ਕਰ ਲਵਾਂ ਕਿ ਸਭ ਕੁਝ ਠੀਕ ਹੈ, ਮੈਂ ਹੀ ਗਲਤ ਹਾਂ। ਸਭ ਕੁਝ ਵਰਤਣ ਭੋਗਣ ਕਾਬਿਲ ਹੈ, ਮੈਂ ਹੀ ਕਾਬਿਲ ਨਹੀਂ, ਮੈਂ ਹੀ ਨਿਕੰਮਾ ਹਾਂ। ਚੀਜ਼ਾਂ, ਉਪਕਰਨਾਂ ਤੇ ਪਦਾਰਥਾਂ ਤੋਂ ਨਿਰਾਸ਼ਾ ਹੋਣ ਦੀ ਥਾਂ ਤੇ ਮੈਂ ਹੀ ਨਿਰਾਸ਼ ਹੋ ਜਾਵਾਂ। ਮੈਂ ਹੀ ਨਿਰਾਸ਼ਾ ਨੂੰ ਅੰਦਰ ਭਰ ਲਵਾਂ। ਸੋਚ ਲਵਾਂ ਕਿ ਹਰ ਚੀਜ਼ ਰਸ ਨਾਲ ਭਰੀ ਹੈ, ਸੁੱਖ ਨਾਲ ਭਰੀ ਹੈ, ਆਨੰਦ ਨਾਲ ਭਰੀ ਹੈ, ਪਰ ਮੈਂ ਹੀ ਕੁਝ ਵਰਤਣ ਭੋਗਣ ਯੋਗ ਨਹੀਂ। ਮੈਂ ਆਪ ਹੀ ਰਸਹੀਨ ਹਾਂ, ਸੁਖਹੀਨ ਹਾਂ, ਆਨੰਦਹੀਨ ਹਾਂ, ਬਸ। ਉਹ ਆਦਮੀ ਆਪਣੇ ਮਕਾਨ ਵਿੱਚ ਗਿਆ ਤੇ ਥੋੜੀ ਜਿਹੀ ਮਿੱਟੀ ਲੈ ਆਇਆ ਤੇ ਮੈਨੂੰ ਦਿੰਦਿਆਂ ਕਹਿਣ ਲੱਗਾ, ਇਹ ਯੁੱਧ ਹੈ। ਯੁੱਧ ਕਰਕੇ ਲੜਿਆ ਜਾਵੇ ਤਾਂ ਜਿੱਤ ਹਾਰ ਦਾ ਡਰ ਰਹਿੰਦਾ ਹੈ। ਖੇਡ ਸਮਝ ਕੇ ਖੇਡਿਆ ਜਾਏ ਤਾਂ ਹੀ ਇਹ ਯੁੱਧ ਪੂਰਾ ਹੋ ਸਕਦਾ ਹੈ। ਇਹ ਲੈ ਮਿੱਟੀ, ਕੁਝ ਬਣਾਉਣਾ ਸ਼ੁਰੂ ਕਰ। ਪਰ ਬਣਾਉਣਾ ਬਣਾਉਣਾ ਨਹੀਂ ਹੈ, ਖੇਡਣਾ ਹੈ। ਤੇ ਜਿਸ ਵੇਲੇ ਕੁਝ ਤੋੜਨਾ ਹੈ, ਤੋੜਨਾ ਨਹੀਂ, ਖੇਡਣਾ ਹੈ। ਮੈਂ ਮੂਰਤੀ ਬਣਾ ਰਿਹਾ ਸੀ। ਬਣਾ ਨਹੀਂ ਸੀ ਰਿਹਾ, ਖੇਡ ਰਿਹਾ ਸੀ। ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੈਂ ਖਾਲੀ ਹੋ ਕੇ ਭਰ ਗਿਆ ਹਾਂ, ਰਸ ਨਾਲ, ਸੁੱਖ ਨਾਲ, ਆਨੰਦ ਨਾਲ। ਐਸੇ ਰਸ, ਸੁੱਖ ਤੇ ਆਨੰਦ ਨਾਲ ਜਿਸ ਵਿੱਚ ਕਦੀ ਪਰਿਵਰਤਨ ਨਹੀਂ ਆ ਸਕਦਾ।